ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਗੱਲਾਂ ਬਾਤਾਂ, ਅੱਜ ਦੀਆਂ ਕੁਝ ਖਬਰਾਂ, ਅੱਜ ਦੇ ਕੁਝ ਮੁੱਦੇ ਉਹਨਾਂ ਦੇ ਉੱਤੇ ਚਰਚਾ ਹੁੰਦੀ ਰਹੀ ਹੈ। ਉਹ ਚਰਚਾ ਤੁਹਾਡੇ ਨਾਲ ਕਰਨ ਲਈ ਕਿ ਕਿਹਨਾਂ ਗੱਲਾਂ ਬਾਤਾਂ ਬਾਰੇ ਕੈਨੇਡਾ ਦੇ ਵਿੱਚ ਲੋਕਾਂ ਨੇ ਗੱਲਾਂ ਬਾਤਾਂ ਕੀਤੀਆਂ ਜਾਂ ਅਖਬਾਰਾਂ ਦੇ ਵਿੱਚ ਕਿਹਨਾਂ ਗੱਲਾਂ ਬਾਤਾਂ ਦੇ ਉੱਤੇ ਚਰਚਾ ਚੱਲਦੀ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਅੱਜ ਪਹਿਲੇ ਦਿਨ ਬੱਚੇ ਸਕੂਲ ਗਏ ਆ ਬ੍ਰੇਕ ਤੋਂ ਬਾਅਦ, ਅਤੇ ਉਹ ਪਹਿਲਾ ਦਿਨ ਆ ਜਦੋਂ ਮਾਸਕ ਤੋਂ ਬਿਨਾਂ ਜਾ ਰਹੇ ਆ। ਇਹਦੇ ਬਾਰੇ ਮਾਪੇ ਕੀ ਸੋਚਦੇ ਆ? ਰਿਚਮੰਡ ਬ੍ਰਿਟਿਸ਼ ਕੋਲੰਬੀਆ ਦੇ ਇੱਕ ਸ਼ਹਿਰ ਆ, ਉੱਥੇ ਅੱਜ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਬੈਨ ਲੱਗ ਗਿਆ। ICBC ਤੇ ਨਾਂ ਦੇ ਉੱਤੇ ਗਲਤ ਟੈਕਸਟ ਆ ਰਹੇ ਆ। ਕੀ ਮਾਮਲਾ ਆ ਇਹ? ਐਮਾਜ਼ੋਨ ਬਹੁਤ ਵੱਡੀ ਕੰਪਨੀ, ਇਹਦੇ ਵਿੱਚ ਯੂਨੀਅਨ ਹੈ ਨਹੀਂ, ਹੁਣ ਯੂਨੀਅਨ ਬਣਨ ਜਾ ਰਹੀ ਆ। ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਰੂਸ ਯੂਕਰੇਨ ਯੁੱਧ ਦੇ ਉੱਤੇ ਕੀ ਅਪਡੇਟ ਆ? ਕਰੋਨਾ ਚੀਨ ਦੇ ਵਿੱਚ ਕਹਿੰਦੇ ਫੇਰ ਆ ਗਿਆ। ਕੀ ਮਾਮਲਾ ਹੋਇਆ? ਹੁਣ ਦੁਬਾਰਾ ਤੋਂ ਕਿੱਥੋਂ ਸ਼ੁਰੂ ਹੋ ਗਿਆ? ਇਹ ਵੀ ਗੱਲ ਕਰਾਂਗੇ। ਕੈਨੇਡਾ ਦੇ ਵਿੱਚ ਮਹਿੰਗਾਈ ਦੀ ਮਾਰ ਜਾਰੀ ਆ। ਜਿਹੜੇ ਫੂਡ ਬੈਂਕ ਦੇ ਉੱਤੇ ਡਿਪੈਂਡ ਕਰਨ ਵਾਲੇ ਲੋਕਾਂ ਦੇ ਵਿੱਚ ਚੰਗੇ ਭਲੇ ਪੜ੍ਹਨ ਵਾਲੇ ਨਿਆਣੇ ਵੀ ਆਉਣ ਲੱਗ ਪਏ। ਇਹਦੇ ਬਾਰੇ ਗੱਲਬਾਤ ਕਰਾਂਗੇ। ਮੂਲ ਨਿਵਾਸੀਆਂ ਬਾਰੇ ਅਸੀਂ ਅਕਸਰ ਹੀ ਗੱਲਬਾਤ ਕਰਦੇ ਰਹੇ ਹਾਂ ਕਿ ਜਿਹੜੇ ਰੈਜ਼ੀਡੈਂਸ਼ੀਅਲ ਸਕੂਲਾਂ ਦਾ ਮਾਮਲਾ ਸੀ, ਪੋਪ ਫਰਾਂਸਿਸ ਦੇ ਨਾਲ ਉਹਨਾਂ ਦੀ ਮੀਟਿੰਗ ਸੀ, ਕੀ ਗੱਲਬਾਤ ਹੋਈ, ਕੀ ਪੋਪ ਫਰਾਂਸਿਸ ਨੇ ਮਾਫੀ ਮੰਗੀ ਜਾਂ ਨਹੀਂ, ਇਹਦੇ ਉੱਤੇ ਗੱਲਬਾਤ ਕਰਾਂਗੇ। ਅਤੇ ਓਨਟਾਰੀਓ ਨੇ ਜਿਹੜਾ ਕਿ ਆਖਰੀ ਸੂਬਾ ਸੀਗਾ ਚਾਈਲਡ ਕੇਅਰ ਸੰਬੰਧੀ ਡੀਲ ਸਾਈਨ ਕਰਨ ਦੇ ਲਈ ਫੈਡਰਲ ਸਰਕਾਰ ਦੇ ਨਾਲ, ਉਹਨਾਂ ਨੇ ਡੀਲ ਸਾਈਨ ਕਰ ਲਈ ਹੈ। ਇਹਦੇ ਸੰਬੰਧੀ ਵਿੱਚ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਜ 28 ਮਾਰਚ ਨੂੰ ਬੱਚੇ ਸਕੂਲ ਦੇ ਵਿੱਚ ਪਹਿਲੀ ਵਾਰੀ ਗਏ ਆ। ਮਾਸਕ ਮੈਂਡੇਟ ਤੋਂ ਬਾਅਦ ਹੁਣ ਉਹ ਮਾਸਕ ਨਹੀਂ ਪਾ ਰਹੇ। ਪੇਰੈਂਟਸ ਜਿਹੜੇ ਨੇ ਉਹ ਲਗਭਗ ਦੋ ਹਿੱਸਿਆਂ ਦੇ ਵਿੱਚ ਵੰਡੇ ਨੇ। ਕੁਛ ਇਸ ਗੱਲ ਨੂੰ ਲੈ ਕੇ ਕੰਫਰਟੇਬਲ ਨੇ, ਕੁਛ ਇਸ ਗੱਲ ਨੂੰ ਲੈ ਕੇ ਅਨਕੰਫਰਟੇਬਲ ਨੇ। ਜਿਹੜੇ ਮਾਸਕ ਮੈਂਡੇਟ ਆ ਪਬਲਿਕ ਸਪੇਸਿਸ ਦੇ ਵਿੱਚ 11 ਮਾਰਚ ਨੂੰ ਜਿਹੜਾ ਚੱਕ ਲਿਆ ਗਿਆ ਸੀ, ਅਤੇ ਹੁਣ ਜਿਹੜਾ ਸੋਮਵਾਰ ਆ, ਅਤੇ ਇਹ ਸਪਰਿੰਗ ਬ੍ਰੇਕ ਦਾ ਜਿਹੜਾ ਅੱਜ ਤੋਂ ਬਾਅਦ ਬੱਚੇ ਵਾਪਸ ਸਕੂਲਾਂ ਦੇ ਵਿੱਚ ਚਲੇ ਗਏ, ਪਹਿਲਾ ਦਿਨ ਆ। ਅਤੇ ਇਹ ਮੈਂਡੇਟਸ ਜਦੋਂ ਚੱਕੇ ਗਏ ਆ ਉਹਦੇ ਤੋਂ ਬਾਅਦ ਇਹ ਪਹਿਲੀ ਵਾਰ ਉਹਨਾਂ ਦੀਆਂ ਜਿਹੜੀਆਂ ਮਾਸਕਲੈਸ ਕਲਾਸਰੂਮਸ ਦੇ ਵਿੱਚ ਹੈਗੇ ਆ। ਅਤੇ ਸਰੀ ਪੇਰੈਂਟ ਐਡਵਾਈਜ਼ਰੀ ਕਾਊਂਸਲ ਦੇ ਕੁਛ ਜਿਹੜੇ ਨੁਮਾਇੰਦੇ ਨੇ ਉਹ ਦੱਸ ਰਹੇ ਆ ਕਿ ਜਿਹੜਾ ਇਹ ਵੇਰੀਐਂਟ ਆ ਅਤੇ ਇੱਕ ਅਦਿੱਖ ਭਵਿੱਖ ਆ ਜਿਹੜਾ ਜਿਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ ਨਿਸ਼ਚਿਤ ਤੌਰ ਦੇ ਉੱਤੇ ਕਿ ਕੀ ਹੋਣਾ ਆ। ਬਹੁਤੇ ਮਾਪੇ ਇਹਦੇ ਮਾਸਕ ਮੈਂਡੇਟ ਦੇ ਹੱਕ ਵਿੱਚ ਨੇ ਅਤੇ ਬਹੁਤੇ ਮਾਪੇ ਇਹਦੇ ਉਲਟ ਨੇ। ਉਹ ਕਹਿੰਦੇ ਜਿਹੜੀਆਂ ਵੱਖ-ਵੱਖ ਪਰਿਵਾਰ ਨੇ, ਬੱਚੇ ਵੱਖ-ਵੱਖ ਪਰਿਵਾਰਾਂ ਤੋਂ ਆ ਰਹੇ ਅਤੇ ਉਹਨਾਂ ਦਾ ਵੱਖਰਾ ਇੱਕ ਕੰਫਰਟ ਲੈਵਲ ਆ ਕਿ ਕਿੱਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ। ਕੁਛ ਮਾਸਕ ਤੋਂ ਬਿਨਾਂ ਵੀ ਕਹਿੰਦੇ ਠੀਕ ਆ, ਕੋਈ ਗੱਲ ਨਹੀਂ, ਪਰ ਕੁਛ ਅਜੇ ਵੀ ਚਿੰਤਤ ਨੇ। ਕਾਰਨ ਇਹਦਾ ਇਹੀ ਹੈ ਕਿ ਇੱਕ ਤਾਂ ਨਵੇਂ ਵੇਰੀਐਂਟ ਸਾਹਮਣੇ ਆਈ ਜਾਂਦੇ ਆ, ਅਤੇ ਦੂਜਾ ਜਿਹੜੇ ਬੱਚਿਆਂ ਦੇ ਵਿੱਚ ਵੈਕਸੀਨੇਸ਼ਨ ਓਨੀ ਨਹੀਂ ਜਿੰਨੀ ਵੱਡਿਆਂ ਦੇ ਵਿੱਚ ਆ। ਵੈਕਸੀਨੇਸ਼ਨ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਇਹਦਾ ਰੇਟ ਆ। ਉਹ ਚਿੰਤਾ ਪੈਦਾ ਕਰਦਾ ਆ ਕਿ ਬੱਚੇ ਨੂੰ ਕਿਤੇ ਇਹ ਬਿਨਾਂ ਉਹ ਪ੍ਰੋਟੈਕਸ਼ਨ ਤੋਂ ਉਸ ਪਾਸੇ ਉਹ ਇਨਫੈਕਸ਼ਨ ਜਿਹੜੀ ਆ ਉਹ ਨਾ ਹੋ ਜਾਵੇ। ਬਹੁਤ ਸਾਰੇ ਟੀਚਰਸ ਜਿਹੜੇ ਆ ਉਹ ਰੈਕਮੈਂਡ ਕਰ ਰਹੇ ਆ ਕਿ ਹਜੇ ਵੀ ਤੁਸੀਂ ਮਾਸਕ ਪਾਓ। ਬਹੁਤ ਸਾਰੇ ਟੀਚਰ ਜਿਹੜੇ ਆ ਉਹ ਵੀ ਮਾਸਕ ਪਾ ਰਹੇ ਆ। ਵੈਕਸੀਨੇਸ਼ਨ ਰੇਟ 5 ਤੋਂ 11 ਸਾਲ ਦੀ ਉਮਰ ਵਾਲੇ ਬੱਚਿਆਂ ਦੇ ਵਿੱਚ ਕਾਫੀ ਘੱਟ ਆ ਪਹਿਲੀ ਅਤੇ ਦੂਜੀ ਡੋਜ਼ ਦੇ ਵਿੱਚ। ਔਰ ਇੱਥੋਂ ਤੱਕ ਕਿ ਦੱਸਿਆ ਜਾ ਰਿਹਾ ਕਿ ਦੇਸ਼ ਦੇ ਵਿੱਚ ਹੀ, ਪੂਰੇ ਕੈਨੇਡਾ ਦੇ ਵਿੱਚ ਹੀ ਇਹ ਘੱਟ ਆ। ਜਿਹੜੀ ਨੈਸ਼ਨਲ ਐਵਰੇਜ ਆ ਉਹਦੇ ਤੋਂ ਵੀ ਥੱਲੇ ਦੱਸਿਆ ਜਾ ਰਿਹਾ। ਕਮਿਊਨਿਟੀ ਵਾਈਜ਼ ਜਾਂ ਇਲਾਕਿਆਂ ਵਾਈਜ਼ ਇਹਨੂੰ ਦੇਖਿਆ ਜਾਵੇ ਤਾਂ ਵੈਨਕੂਵਰ ਦੇ ਵਿੱਚ ਸਭ ਤੋਂ ਜ਼ਿਆਦਾ ਇਮਿਊਨਾਈਜੇਸ਼ਨ ਰੇਟ ਆ ਇਹਨਾਂ ਬੱਚਿਆਂ ਦੇ ਵਿੱਚ। 80% ਨੂੰ ਪਹਿਲੀ ਡੋਜ਼ ਲੱਗ ਗਈ ਆ ਅਤੇ 59% ਨੇ ਦੋਵੇਂ ਡੋਜ਼ਸ ਲਵਾ ਲਈਆਂ। ਹੁਣ ਇਹਨੂੰ ਜੇ ਕੰਪੈਰੀਜ਼ਨ ਕਰਦੇ ਹਾਂ ਤਾਂ ਹੋਪ ਦੇ ਵਿੱਚ ਜਿਹੜਾ ਸਭ ਤੋਂ ਘੱਟ ਆ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਹੋਪ ਸ਼ਹਿਰ ਦੇ ਵਿੱਚ, ਉੱਥੇ 30% ਬੱਚੇ ਜਿਹੜੇ ਆ 5 ਤੋਂ 11 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ 1 ਡੋਜ਼ ਲੱਗੀ ਆ, ਅਤੇ ਸਿਰਫ 14% ਬੱਚਿਆਂ ਦੇ 2 ਡੋਜ਼ ਲੱਗੀਆਂ। ਇਹ ਅਸੀਂ ਪਹਿਲਾਂ ਵੀ ਦੇਖਿਆ ਜਦੋਂ ਵੱਡਿਆਂ ਦੀ ਵੈਕਸੀਨ ਲੱਗਣੀ ਸੀ, ਉਸ ਵੇਲੇ ਵੀ ਜਿਹੜੇ ਇੰਟੀਰੀਅਰ ਸੀਗੇ ਜਾਂ ਕੁਛ ਹਟਵੇਂ ਇਲਾਕੇ ਸੀਗੇ ਉੱਥੇ ਵੈਕਸੀਨੇਸ਼ਨ ਰੇਟ ਪਹਿਲਾਂ ਹੀ ਘੱਟ ਸੀ। ਹੁਣ ਇਹ ਚਿੰਤਾ ਪੈਦਾ ਕਰਨ ਵਾਲੀ ਗੱਲ ਆ ਕਿ ਜਦੋਂ ਵੈਕਸੀਨ ਨਹੀਂ ਲੱਗੀ, ਜਿੱਥੇ ਸਿਰਫ 14% ਬੱਚਿਆਂ ਨੂੰ ਦੋਵੇਂ ਡੋਜ਼ਸ ਲੱਗੀਆਂ ਤਾਂ ਉੱਥੇ ਪ੍ਰੋਟੈਕਸ਼ਨ ਨਹੀਂ ਹੈ, ਤਾਂ ਕੁਦਰਤੀ ਤੌਰ 'ਤੇ ਜ਼ਿਆਦਾ ਚਾਂਸਿਸ ਨੇ ਉੱਥੇ ਬੱਚਿਆਂ ਦੇ ਬਿਮਾਰ ਹੋਣ ਦੇ। ਅਤੇ ਇਸ ਗੱਲ ਨੂੰ ਲੈ ਕੇ ਕੁਛ ਮਾਪੇ ਚਿੰਤਾ ਦੇ ਵਿੱਚ ਨੇ। ਓਵਰਆਲ ਰੇਟ ਜਿਹੜਾ ਬੱਚਿਆਂ ਦੇ ਵਿੱਚ ਵੈਸੇ ਹੀ ਘੱਟ ਆ ਇਸ ਸਾਰੇ ਕੁਛ ਦਾ, ਜਦੋਂ ਕਿ ਜਿਹੜਾ ਅਡਲਟ ਹੈਗੇ ਆ ਉਹਨਾਂ ਦੇ ਵਿੱਚ ਇਹ 85% ਇਸ ਵੇਲੇ ਦੋਵੇਂ ਡੋਜ਼ਸ ਕੈਨੇਡਾ ਦੇ ਵਿੱਚ ਲੋਕਾਂ ਨੂੰ ਲੱਗ ਚੁੱਕੀਆਂ ਆ। ਮਾਸਕ ਪਾਉਣਾ ਜਾਂ ਨਹੀਂ ਪਾਉਣਾ ਇਹ ਪਰਸਨਲ ਡਿਸੀਜਨ ਆ। ਅੱਜ ਬੱਚੇ ਬਿਨਾਂ ਮਾਸਕ ਤੋਂ ਸਕੂਲ ਦੇ ਵਿੱਚ ਗਏ ਆ, ਅਤੇ ਉਹ ਕਹਿੰਦੇ ਸਾਨੂੰ ਦੇਖਣਾ ਪਊਗਾ ਕਿ ਰਿਸਕ ਕੀ ਆ। ਤੁਸੀਂ ਜਿੱਥੇ ਜਾ ਰਹੇ ਆ ਉੱਥੇ ਡਾਕਟਰ ਬੋਨੀ ਹੈਨਰੀ ਨੇ ਵੀ ਇਹੀ ਕਿਹਾ ਕਿ ਤੁਹਾਨੂੰ ਰੈਕੋਗਨਾਈਜ਼ ਕਰਨਾ ਪਊਗਾ ਕਿ ਰਿਸਕ ਕਿੰਨਾ ਕੁ ਜਿੱਥੇ ਤੁਸੀਂ ਜਾ ਰਹੇ ਹੋ, ਵਲਨੈਰੇਬਿਲਿਟੀ ਕਿੰਨੀ ਹੈ, ਉੱਥੇ ਕਿੰਨੇ ਕੁ ਇਸ ਗੱਲ ਦੀ ਚਾਂਸ ਆ ਕਿ ਤੁਹਾਨੂੰ ਬਿਮਾਰੀ ਲੱਗ ਜਾਊਗੀ। ਇਹ ਤੁਸੀਂ ਆਪ ਦੇਖ ਕੇ ਡਿਸਾਈਡ ਕਰ ਸਕਦੇ ਆ ਕਿ ਇੱਥੇ ਮਾਸਕ ਪਾਉਣਾ ਹੈ ਜਾਂ ਮਾਸਕ ਨਹੀਂ ਪਾਉਣਾ। ਇਨਡੋਰ ਆ, ਕਲੋਜ਼ਡ ਆ ਸਾਰਾ ਕੁਛ, ਉੱਥੇ ਇਹ ਪਾ ਲੈਣਾ ਚਾਹੀਦਾ ਜਿੰਨਾ ਬਚਾਅ ਰੱਖ ਸਕਦੇ ਹਾਂ। ਭਾਵੇਂ ਕਿ ਸਰਕਾਰ ਨੇ ਇਹ ਪਾਬੰਦੀ ਹਟਾ ਦਿੱਤੀ ਹੈ, ਪਰ ਸਿਚੁਏਸ਼ਨ ਦੇ ਹਿਸਾਬ ਨਾਲ ਇਹ ਮਾਸਕ ਪਾ ਲੈਣਾ ਚਾਹੀਦਾ। ਸੋ ਇੱਕ ਐਂਗਜ਼ਾਇਟੀ ਅੱਜ ਸਾਰਾ ਦਿਨ ਹੀ ਮਾਪਿਆਂ ਦੇ ਵਿੱਚ ਵੀ ਰਹੀ ਆ, ਟੀਚਰਾਂ ਦੇ ਵਿੱਚ ਵੀ ਰਹੀ ਆ, ਬੱਚਿਆਂ ਦੇ ਵਿੱਚ ਵੀ ਰਹੀ ਆ ਕਿ ਬੜੇ ਮਿਕਸ ਜਿਹੇ ਮੈਸੇਜਸ ਸਾਰੇ ਪਾਸਿਓਂ ਆਏ ਆ ਕਿ ਉਹਨਾਂ ਦੀ
ਮੈਂਟਲ ਹੈਲਥ ਸੰਬੰਧੀ ਵੀ ਕੁਛ ਜਿਹੜੀਆਂ ਗੱਲਾਂ ਬਾਤਾਂ ਹੋਈਆਂ। ਸੋ ਕੈਨੇਡਾ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਆ ਉਹ ਮਾਸਕ ਮੈਂਡੇਟ ਦੇ ਨਾਲ ਰਹੀਆਂ ਅਤੇ ਦੂਜਿਆਂ ਨੂੰ ਦੂਜੇ ਪਾਸੇ ਲੈ ਕੇ ਜਾਂਦੇ ਆ। ਅਤੇ ਕੁਛ ਪੇਰੈਂਟਸ ਇਹ ਫੀਲ ਕਰਦੇ ਆ ਕਿ ਜਿਹੜੇ ਮਾਸਕ ਆ ਇਹਨਾਂ ਨੂੰ ਨਹੀਂ ਹਟਾਉਣਾ ਚਾਹੀਦਾ ਸੀ। ਮਾਪੇ ਕਹਿ ਰਹੇ ਆ ਕਿ ਦੋਵਾਂ ਨੂੰ ਇੱਕ ਚੀਜ਼ ਨੂੰ ਸਮਝਣ ਦੀ ਲੋੜ ਆ, ਮਾਪਿਆਂ ਨੂੰ ਵੀ ਅਤੇ ਜਿਹੜੇ ਸਰਕਾਰਾਂ ਨੂੰ ਵੀ। ਇਸ ਮੁੱਦੇ ਦੇ ਉੱਤੇ ਅੱਜ ਚਰਚਾ ਚੱਲਦੀ ਰਹੀ ਆ। ਦੋਵੇਂ ਪਾਸੇ ਜਿਹੜੇ ਲੋਕ ਨੇ ਉਹ ਇਹਦੇ ਉੱਤੇ ਡਿਵਾਈਡਡ ਰਹੇ ਨੇ। ਦੂਜੀ ਖਬਰ ਉਹ ਵੀ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ ਦੀ ਆ। ਰਿਚਮੰਡ ਦੇ ਵਿੱਚ ਸਿੰਗਲ ਯੂਜ਼ ਪਲਾਸਟਿਕ ਆਈਟਮ ਜਿਹੜੀਆਂ ਉਹ ਬੈਨ ਕੀਤੀਆਂ ਜਾ ਰਹੀਆਂ ਤਾਂ ਕਿ ਵੇਸਟ ਨੂੰ ਘਟਾਇਆ ਜਾ ਸਕੇ। ਸਿੰਗਲ ਯੂਜ਼ ਪਲਾਸਟਿਕ ਜਾਂ ਜਿਹੜੇ ਡਿਸਪੋਜ਼ੇਬਲ ਪਲਾਸਟਿਕ ਆ ਇਹ ਆਮ ਤੌਰ ਦੇ ਉੱਤੇ ਇੱਕੋ ਵਾਰੀ ਵਰਤੀ ਜਾਂਦੀ ਹੈ ਉਹਨੂੰ ਸੁੱਟਣ ਤੋਂ ਪਹਿਲਾਂ। ਉਹ ਪਲਾਸਟਿਕ ਜਿਹੜੀ ਉਹਨੂੰ ਸੁੱਟਣ ਤੋਂ ਪਹਿਲਾਂ ਜਾਂ ਰੀਸਾਈਕਲ ਕਰਨ ਤੋਂ ਪਹਿਲਾਂ ਸਿਰਫ ਇੱਕ ਵਾਰੀ ਯੂਜ਼ ਕੀਤੀ ਜਾਵੇ ਉਹਨੂੰ ਸਿੰਗਲ ਯੂਜ਼ ਪਲਾਸਟਿਕ ਕਹਿੰਦੇ ਆ। ਜਿੱਦਾਂ ਪਲਾਸਟਿਕ ਦੇ ਬੈਗ ਆ ਉਹਦੇ ਵਿੱਚ ਆਪਾਂ ਗਰੋਸਰੀ ਸੌਦਾ ਪੱਤਾ ਲਿਆਉਂਦੇ ਆ, ਸਟਰਾਜ਼ ਨੇ ਜਾਂ ਕੌਫੀ ਸਟਿਰਰ ਨੇ, ਸੋਡਾ ਵਾਟਰ ਬੋਟਲਸ ਨੇ ਜਿਹੜੀਆਂ ਇੱਦਾਂ ਦੀਆਂ, ਜਾਂ ਫੂਡ ਪੈਕਿੰਗ ਦਾ ਸਮਾਨ ਆ, ਇਹ ਸਾਰਾ ਇਹਦੀ ਅਮਾਊਂਟ ਬਹੁਤ ਵੱਡੀ ਬਣ ਜਾਂਦੀ ਹੈ। 300 ਮਿਲੀਅਨ ਟਨ ਪਲਾਸਟਿਕ ਦੀ ਹਰ ਸਾਲ, ਜਿਹਦੇ ਵਿੱਚੋਂ ਕਿ ਅੱਧੀ ਡਿਸਪੋਜ਼ੇਬਲ ਹੁੰਦੀ ਆ। ਵਰਲਡ ਵਾਈਡ 10 ਤੋਂ 13% ਪਲਾਸਟਿਕ ਆਈਟਮਸ ਜਿਹੜੀਆਂ ਰੀਸਾਈਕਲ ਕੀਤੀਆਂ ਜਾਂਦੀਆਂ। ਜਿਹੜੀ ਇਹਦੇ ਵਿੱਚ ਡਿਸਪੋਜ਼ੇਬਲ ਪਲਾਸਟਿਕ ਆ ਉਹ ਇਹਨੂੰ ਰੀਸਾਈਕਲ ਨਹੀਂ ਹੋਣ ਦਿੰਦੀ ਅਤੇ ਇੱਕ ਨਵਾਂ ਮਟੀਰੀਅਲ ਕੈਮੀਕਲ ਜਿਹੜਾ ਉਹਦੇ ਵਿੱਚ ਪਾ ਦਿੰਦੀ ਆ ਅਤੇ ਬਹੁਤ ਲਿਮਟਡ ਨੰਬਰ ਆਫ ਜਿਹੜੀਆਂ ਆਈਟਮਸ ਆ ਜਿਹੜੀਆਂ ਰੀਸਾਈਕਲ ਕੀਤੀਆਂ ਜਾ ਸਕਦੀਆਂ। ਸੋ ਇਹ ਬੈਗ, ਪਲਾਸਟਿਕ ਸਟ੍ਰਾ, ਫੋਮ, ਫੂਡ, ਇਹ ਸਾਰੇ ਮਨਾਹੀ ਕਰ ਦਿੱਤੀ ਗਈ ਆ ਰਿਚਮੰਡ ਸ਼ਹਿਰ ਦੇ ਵਿੱਚ ਬਿਜ਼ਨਸਿਸ ਤੋਂ। ਸਿਟੀ ਦੇ ਅਨੁਸਾਰ 35 ਮਿਲੀਅਨ ਫੋਮ ਫੂਡ ਸਰਵਿਸ ਜਿਹੜਾ ਕੰਟੇਨਰਸ ਨੇ, ਪਲਾਸਟਿਕ ਸਟਰਾਜ਼ ਨੇ ਜਾਂ ਪਲਾਸਟਿਕ ਚੈੱਕਆਊਟ ਬੈਗਸ ਆ, ਇਹ ਗਾਰਬੇਜ ਦੇ ਵਿੱਚ ਕਲੈਕਟ ਕੀਤੇ ਜਾਂਦੇ ਆ। ਰਿਚਮੰਡ ਦੇ ਵਿੱਚ ਹਰ ਸਾਲ ਲਗਭਗ 660 ਜਿਹੜਾ ਟਨ ਵੇਸਟ ਆ ਉਹ ਜਿਹੜਾ ਕੀਤਾ ਜਾਂਦਾ। ਰਿਚਮੰਡ ਦੇ ਮੇਅਰ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਸਟੈਪ ਅਸੀਂ ਇਸ ਕਰਕੇ ਲੈ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਸਟੇਨੇਬਲ ਕਮਿਊਨਿਟੀ ਬਣ ਸਕੇ। ਅਸੀਂ ਜਿਹੜਾ ਸਰਕੂਲਰ ਇਕੋਨਮੀ ਆ ਉਹਨੂੰ ਉੱਧਰਲੇ ਪਾਸੇ ਨੂੰ ਜਾ ਰਹੇ ਹਾਂ ਕਿ ਜਿਹੜੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਬੈਨ ਕਰ ਰਹੇ ਹਾਂ ਜਿਹੜੀਆਂ ਵੀ ਇਹ ਹਾਰਮਫੁਲ ਹੈਗੀਆਂ ਆ। ਬਿਲਕੁਲ ਇਹ ਪਹਿਲਾਂ ਵੈਨਕੂਵਰ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀ, ਉਹਨਾਂ ਨੇ ਰੈਸਟ੍ਰਿਕਸ਼ਨਸ ਕੀਤੀਆਂ ਸੀ ਸਿੰਗਲ ਯੂਜ਼ ਆਈਟਮਸ ਦੇ ਉੱਤੇ, ਅਤੇ ਹੁਣ ਇਸ ਸ਼ਹਿਰ ਦੇ ਵਿੱਚ ਵੀ ਇਹ ਸਾਰਾ ਕੁਛ ਹੋਇਆ। ਅਤੇ ਮਾਰਚ 27 ਤੋਂ ਜਿਹੜੇ ਹੈਗਾ ਇਨਫੋਰਸਮੈਂਟ ਬਾਈ ਲਾ ਸਤੰਬਰ 2022 ਤੋਂ ਇਹ ਸ਼ੁਰੂ ਹੋ ਜਾਣੀ ਆ। ਕੱਲ੍ਹ ਇਹ ਅਨਾਊਂਸਮੈਂਟ ਆਈ ਆ ਅਤੇ ਇਹਦੇ ਨਾਲ ਲੱਗਦਾ ਆ ਕਿ ਅਸੀਂ ਜਿਹੜਾ ਰਿਚਮੰਡ ਦੇ ਵਿੱਚ ਇਹਨਾਂ ਮੈਜੋਰਿਟੀ ਆਈਟਮਸ ਨੂੰ ਹਰ ਸਾਲ ਜਿਹੜੀ ਇਹਨਾਂ ਦੇ ਵਿੱਚੋਂ ਇੱਕ ਵੇਸਟ ਆਉਂਦਾ ਆ, ਦੂਜਾ ਡਿਸਪੋਜ਼ ਨਹੀਂ ਹੁੰਦੀਆਂ। ਕਈ ਸੈਂਕੜੇ ਸਾਲ ਇਹ ਚੀਜ਼ਾਂ ਧਰਤੀ ਦੇ ਵਿੱਚ ਇੰਨ ਬਿੰਨ ਪਈਆਂ ਰਹਿੰਦੀਆਂ ਅਤੇ ਜਿਹਨਾਂ ਨੂੰ ਅੱਗ ਲਾ ਕੇ ਸਾੜਦੇ ਆ ਤਾਂ ਉਹਨਾਂ ਦੇ ਵਿੱਚੋਂ ਇੰਨੀਆਂ ਵੱਡੀਆਂ ਗੈਸਿਸ ਨਿਕਲਦੀਆਂ ਆ ਜਿਹੜੀਆਂ ਵਾਤਾਵਰਨ ਦੇ ਲਈ, ਓਵਰਆਲ ਵਾਤਾਵਰਨ ਦੇ ਲਈ ਖਤਰਨਾਕ ਨੇ। ਇਸੇ ਕਰਕੇ ਬਾਕੀ ਸ਼ਹਿਰਾਂ ਵਾਂਗ ਹੁਣ ਰਿਚਮੰਡ ਦੇ ਵਿੱਚ ਵੀ ਇਹਨੂੰ ਬੈਨ ਕਰ ਦਿੱਤਾ ਗਿਆ। ਅਗਲੀ ਖਬਰ ICBC ਦੇ ਸੰਬੰਧ ਦੇ ਵਿੱਚ ਆ। ICBC ਬ੍ਰਿਟਿਸ਼ ਕੋਲੰਬੀਆ ਦੇ ਡਰਾਈਵਰਸ ਨੂੰ ਵਾਰਨਿੰਗ ਦੇ ਰਹੀ ਹੈ ਕਿ ਤੁਹਾਨੂੰ ਇੱਕ ਟੈਕਸਟ ਮੈਸੇਜ ਆ ਰਿਹਾ ਆ, ਜਿਹੜੀ ਇੱਕ ਰਿਬੇਟ ਦੇ ਸੰਬੰਧੀ ਜਿਹੜੀ ਰਿਬੇਟ ਦਿੱਤੀ ਗਈ ਆ ਪਿਛਲੇ ਦਿਨਾਂ ਦੇ ਵਿੱਚ, ਅਤੇ ਉਸ ਟੈਕਸਟ ਮੈਸੇਜ ਨੂੰ ਖੋਲ੍ਹੋ ਨਾ। ਉਹਦੇ ਨਾਲ ਲਿੰਕ ਬਣਿਆ ਆ, ਇੱਕ ਤੁਹਾਡੇ ਫੋਨ ਦੇ ਉੱਤੇ ਇੱਕ ਟੈਕਸਟ ਮੈਸੇਜ ਆਉਂਦਾ, ਉਹਦੇ ਨਾਲ ਇੱਕ ਲਿੰਕ ਬਣਿਆ ਹੁੰਦਾ। ਜੇ ਤੁਸੀਂ ਲਿੰਕ 'ਤੇ ਕਲਿੱਕ ਕਰਦੇ ਆ ਤਾਂ ਅੱਗੇ ਇੱਕ ਵੈਬਸਾਈਟ ਖੁੱਲ੍ਹ ਜਾਂਦੀ ਜਿਹੜੀ ਕਿ ਖਤਰਨਾਕ ਆ। ICBC ਨੇ ਟਵੀਟ ਕੀਤਾ ਆਪਣੇ ਕਸਟਮਰਸ ਦੇ ਲਈ, ਉਹ ਕਹਿੰਦੇ ਇੱਕ ਟੈਕਸਟ ਮੈਸੇਜ ਜਿਹੜਾ ਕਿ ਹੈਗਾ ਆ, ਪਰ ਇਹਨੂੰ ਖੋਲ੍ਹੋ ਨਾ, ਤੁਸੀਂ ਇਹਨੂੰ ਡਿਲੀਟ ਕਰ ਦਿਓ ਜਦੋਂ ਹੀ ਤੁਹਾਡੇ ਕੋਲ ਆਉਂਦਾ ਆ। ਅਤੇ ਇਹਦੇ ਨਾਲ ਜਿਹੜੀ ਤੁਹਾਡੇ ਕੋਈ ਨਾ ਕੋਈ ਫੋਨ, ਕਿਉਂਕਿ ਫੋਨ ਦੇ ਵਿੱਚ ਸਾਰਿਆਂ ਦੇ ਬੈਂਕ ਅਕਾਊਂਟ ਇਨਫੋਰਮੇਸ਼ਨ ਆ, ਤੁਹਾਡੀ ਦੂਜੀ ਇਨਫੋਰਮੇਸ਼ਨ ਆ, ਉਹ ਸਾਰਾ ਕੁਛ ਕੋਈ ਵੀ ਚੋਰੀ ਕਰ ਸਕਦਾ ਆ। ਸੋ ICBC ਰਿਬੇਟ ਦੇ ਰਹੀ ਆ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ, ਪਰ ਉਹ ਰਿਬੇਟ ਤੁਹਾਨੂੰ ਟੈਕਸਟ ਮੈਸੇਜ ਰਾਹੀਂ ਨਹੀਂ ਆ ਰਿਹਾ। ਇਹ ਗੱਲ ਉਹਨਾਂ ਨੇ ਕਿਹਾ ਕਿ ਕੋਈ ਵੀ ਟੈਕਸਟ ਮੈਸੇਜ ਜਿਹਦੇ ਉੱਤੇ ਇਹ ਲਿਖਿਆ ਕਿ ICBC ਦੇ ਪੈਸੇ ਆ ਤੁਹਾਨੂੰ ਵਾਪਸ ਆ ਰਹੇ ਆ ਅਤੇ ਇਹ ਤੁਸੀਂ ਲੈ ਲਓ, ਉਹਦੇ ਉੱਤੇ ਜਿਹੜਾ ਕਲਿੱਕ ਨਾ ਕਰੋ, ਉਹਨੂੰ ਨਾ ਖੋਲ੍ਹੋ। ਜਿਹੜੀ ਮਈ ਦੇ ਵਿੱਚ ਜਿਹੜੇ ਰਿਬੇਟ ਹੈਗੀ ਆ ਬੈਂਕ ਅਕਾਊਂਟਸ ਦੇ ਵਿੱਚ ਆਉਣੀ ਸ਼ੁਰੂ ਹੋ ਜਾਣੀ ਆ। ਦੂਜੇ ਜਿਹੜੇ ਤਰੀਕੇ ਹੈਗੇ ਆ ਕ੍ਰੈਡਿਟ ਕਾਰਡ ਪੇਮੈਂਟਸ ਦੇ ਥਰੂ ਵੀ ਲਿਆ ਜਾ ਸਕਦਾ ਆ, ਜਿਹਨਾਂ ਲੋਕਾਂ ਨੇ ਚੈੱਕ ਲੈਣੇ ਆ, ਜਿੱਦਾਂ ਉਹਨਾਂ ਦੀ ਪੇਮੈਂਟ ਪਲਾਨ ਹੈਗੀ ਆ ਉਹ ਵੀ ਉਹਨਾਂ ਨੂੰ ਮਿਲ ਜਾਣਗੇ। ਸੋ ਮੈਥਡ ਕੋਈ ਵੀ ਹੋਵੇ, ਰਿਬੇਟ ਉਹ ਕਹਿੰਦੇ ਤੁਹਾਨੂੰ ਮਿਲ ਜਾਣਾ। ਕਨਫਰਮੇਸ਼ਨ ਲੈਟਰ ਤੁਹਾਨੂੰ ਭੇਜੀ ਜਾਊਗੀ, ਨਾ ਕਿ ਟੈਕਸਟ ਮੈਸੇਜ, ਈਮੇਲ ਜਾਂ ਫੋਨ, ਕੁਛ ਵੀ ਨਹੀਂ ਆਉਣਾ। ਸੋ ਇਹ ਇੱਕ ਵਨ ਟਾਈਮ ਰਿਬੇਟ ਆ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਡਰਾਈਵਰਸ ਨੂੰ ਮਿਲਣਾ ਆ, ਤਾਂ ਕਿ ਜਿਹੜੀਆਂ ਗੈਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਆ ਰੂਸ ਤੇ ਯੂਕਰੇਨ ਦੇ ਵਿੱਚ ਦਖਲ ਦੇ ਨਾਲ,
ਉਹ ਗੈਸ ਦੀ ਕੀਮਤ ਤੋਂ ਕੁਛ ਸਾਹ ਆ ਜਾਵੇ, ਲੋਕਾਂ ਨੂੰ ਕੁਛ ਥੋੜ੍ਹੇ ਜਿਹੇ ਸੌਖੇ ਹੋ ਜਾਣ। ਪ੍ਰੀਮੀਅਰ ਜੌਨ ਹੌਰਗਨ ਨੇ ਜਿਹੜੀ ਪਬਲਿਕ ਆਟੋ ਇੰਸ਼ੋਰਰ ਨੂੰ ਕਿਹਾ ਸੀਗਾ ਕਿ ਅਸੀਂ ਫਾਈਨੈਂਸ਼ੀਅਲ ਪੋਜੀਸ਼ਨ ਦੇ ਵਿੱਚ ਹੈਗੇ ਹਾਂ ਅਤੇ $110 ਦਾ ਰਿਬੇਟ ਡਰਾਈਵਰਸ ਨੂੰ ਦੇ ਸਕਦੇ ਹਾਂ, ਅਤੇ ਬੇਸਿਕ ਪੋਲਿਸੀ ਤੇ $165 ਦਾ ਜਿਹੜਾ ਰਿਬੇਟ ਆ ਉਹ ਕਮਰਸ਼ੀਅਲ ਡਰਾਈਵਰ ਨੂੰ ਦੇ ਸਕਦੇ। ਇੱਕ ਵਾਰੀ ਉਹ ਮਿਲਣੇ ਆ $110 ਤੇ $165। ਟੋਟਲ ਜਿਹੜੀ ਪ੍ਰੋਵਿੰਸ ਨੂੰ ਕਾਸਟ ਪੈ ਰਹੀ ਆ ਇਹ 395 ਮਿਲੀਅਨ ਦੀ ਪੈ ਰਹੀ ਆ। ਹੌਰਗਨ ਇਹ ਕਹਿ ਰਿਹਾ ਕਿ ਵਨ ਟਾਈਮ ਪੇਮੈਂਟ ਜਿਹੜੀ ਆ ਇਹ ਇੱਕ ਵਧੀਆ ਅਪਰੋਚ ਆ। ਕਈ ਪ੍ਰੋਵਿੰਸਿਸ ਨੇ ਇਹਦੇ ਵਿੱਚ ਰਿਬੇਟ ਦੇਣ ਦੀ ਗੱਲ ਕੀਤੀ ਸੀ। ਅਲਬਰਟਾ ਨੇ ਕੀ ਕੀਤਾ ਸੀ ਕਿ ਜਿਹੜਾ ਉਹਨਾਂ ਦਾ ਪ੍ਰੋਵਿੰਸ ਦਾ ਟੈਕਸ ਆ ਉਹ ਉਹਨਾਂ ਨੇ ਛੱਡ ਦਿੱਤਾ ਸੀ ਕਿ ਉਹ ਪ੍ਰੋਵਿੰਸ ਦਾ ਟੈਕਸ ਨਾ ਲੱਗੇ, ਉਹਦੇ ਨਾਲ ਥੋੜ੍ਹਾ ਜਿਹਾ ਕੁਛ ਸੈਂਟ ਲੀਟਰ ਦੇ ਪਿੱਛੇ ਗੈਸ ਦੀ ਕੀਮਤ ਘਟ ਜਾਊਗੀ, ਉਹ ਉਹਨਾਂ ਨੇ ਘਟਾ ਲਈ, ਜਾਂ ਘੱਟੋ ਘੱਟ ਜਿਹੜੀਆਂ ਹੁਣ ਵਧੀਆਂ ਕੀਮਤਾਂ ਹੈ ਉਨੀਆਂ ਜ਼ਿਆਦਾ ਨਾ ਵਧਣ, ਉਹਦੇ 'ਚ ਕੁਛ ਜਿਹੜੀ ਸੌਖ ਹੋ ਜਾਵੇ। ਬ੍ਰਿਟਿਸ਼ ਕੋਲੰਬੀਆ ਨੇ ਕੀ ਕੀਤਾ, ਇਹ ਕਹਿੰਦੇ ਵੀ ਬੈਸਟ ਅਪਰੋਚ ਇਹ ਆ ਕਿ ਅਸੀਂ ਉਹਦੇ ਕੁਛ ਸੈਂਟ ਨਹੀਂ ਘਟਾ ਲਿਆ ਲੀਟਰ ਪਿੱਛੇ, $110 ਜਿਹੜੇ ਇੱਕ ਆਮ ਡਰਾਈਵਰ ਨੂੰ ਅਤੇ $165 ਜਿਹੜੇ ਕਮਰਸ਼ੀਅਲ ਡਰਾਈਵਰ ਨੂੰ ਅਸੀਂ ਇੱਕ ਟਾਈਮ ਦਾ ਚੈੱਕ ਭੇਜ ਦਿਆਂਗੇ। ਉਹਦੇ ਨਾਲ ਥੋੜ੍ਹਾ ਜਿਹਾ ਸੌਖ ਹੋ ਜਾਊਗਾ, ਜਿੰਨਾ ਇਹਦੀ ਕੀਮਤ ਵਧੀ ਆ ਉਹਦੇ ਵਿੱਚ ਕੁਛ ਸਾਹ ਜਿਹੜਾ ਲੋਕਾਂ ਨੂੰ ਜ਼ਰੂਰ ਆਊਗਾ, ਕੁਛ ਰਾਹਤ ਇਸ ਦੇ ਨਾਲ ਜ਼ਰੂਰ ਮਿਲੂਗੀ। ਹਾਲਾਂਕਿ ਇਹਦੇ ਬਾਰੇ ਵੀ ਕੰਟਰੋਵਰਸੀ ਆ ਕਿ ਇਹ ਕਿਹੜਾ ਤਰੀਕਾ ਸਹੀ ਸੀ, ਇਹਨਾਂ ਦਾ ਸਰਕਾਰ ਦਾ ਤਰੀਕਾ ਸਹੀ ਹੈ ਜਾਂ ਨਹੀਂ ਸਹੀ, ਕਿਹੜਾ ਫਾਇਦੇ 'ਚ ਆ। ਪਰ ਇਸ ਵੇਲੇ ਜਿਹੜੀ ICBC ਕੰਮ ਦੀ ਗੱਲ ਕਹਿ ਰਹੀ ਹੈ ਅਤੇ ਸੂਚਨਾ ਤੁਹਾਨੂੰ ਦੇ ਰਹੀ ਹੈ, ਔਰ ਬਹੁਤ ਮਹੱਤਵਪੂਰਨ ਆ ਇਹ ਗੱਲ ਕਿ ਜਿਹੜਾ ਤੁਹਾਨੂੰ ਟੈਕਸਟ ਮੈਸੇਜ ICBC ਦੇ ਨਾਂ ਦੇ ਉੱਤੇ ਆ ਰਿਹਾ ਉਹਦੇ ਨਾਲ ਲੱਗੇ ਲਿੰਕ ਨੂੰ ਖੋਲ੍ਹਣਾ ਨੁਕਸਾਨ ਹੋ ਸਕਦਾ, ਤੁਹਾਡਾ ਡਾਟਾ ਚੋਰੀ ਹੋ ਸਕਦਾ ਹੈ। ਅਗਲੀ ਖਬਰ ਐਮਾਜ਼ੋਨ ਬਾਰੇ ਆ। ਅਮਰੀਕਾ ਦੇ ਵਿੱਚ ਐਮਾਜ਼ੋਨ ਦੇ ਵਰਕਰ ਯੂਨੀਅਨ ਬਣਾਉਣ ਜਾ ਰਹੇ ਆ। ਇਹ ਯੂਨੀਅਨ ਬਣਦੀ ਹੈ ਕਿ ਨਹੀਂ ਬਣਦੀ, ਇਸ ਚੀਜ਼ ਨੇ ਬਹੁਤ ਮਹੱਤਵਪੂਰਨ ਗੱਲ ਤੈਅ ਕਰਨੀ ਆ। ਇੱਕ ਬਹੁਤ ਸਾਰੇ ਲੋਕ ਯੂਨੀਅਨ ਜੌਬਸ ਦੇ ਹੱਕ ਵਿੱਚ ਨੇ, ਉਹਨਾਂ ਨੂੰ ਲੱਗਦਾ ਕਿ ਯੂਨੀਅਨ ਵਰਕਰਸ ਦੇ ਰਾਈਟਸ ਨੂੰ ਪ੍ਰੋਟੈਕਟ ਕਰਦੀ ਆ, ਕੰਮ ਕਰਨ ਵਾਲੇ ਲੋਕਾਂ ਦੇ ਹਿੱਤਾਂ ਨੂੰ ਬਚਾਉਂਦੀ ਆ, ਅਤੇ ਜਿਹੜੇ ਇੰਪਲੋਇਰ ਨੇ ਉਹਨਾਂ ਨੂੰ ਲੱਗਦਾ ਕਿ ਯੂਨੀਅਨ ਨਹੀਂ ਬਣਨੀ ਚਾਹੀਦੀ, ਇਹਦੇ ਨਾਲ ਕੰਮ ਦਾ ਨੁਕਸਾਨ ਹੁੰਦਾ। ਬਹੁਤ ਵਾਰੀ ਯੂਨੀਅਨ ਇੰਨੀ ਸਟਰੋਂਗ ਹੋ ਜਾਂਦੀ ਆ ਕਿ ਉਹ ਜਿਹੜੇ ਇੰਪਲੋਇਰ ਨੇ ਉਹਨਾਂ ਦੇ ਉੱਤੇ ਇੰਨਾ ਪ੍ਰੈਸ਼ਰ ਪਾ ਦਿੰਦੀ, ਜਾਂ ਉਹਨਾਂ ਦੇ ਵਰਕਰਸ ਦੇ ਵੇਜਸ ਦਾ ਇੰਨਾ ਬੋਝ ਹੋ ਜਾਂਦਾ ਕਿ ਉਹ ਸਟੋਰ ਜਾਂ ਉਹ ਕੰਮ ਕਰ ਬੰਦ ਹੋ ਜਾਂਦਾ। ਬਹੁਤੇ ਵਰਕਰ ਜਿਹੜੇ ਆ ਉਹ ਕਈ ਸਟੋਰਾਂ ਦੇ ਵਿੱਚ ਇਸ ਕਰਕੇ ਵੀ ਯੂਨੀਅਨ ਜੁਆਇਨ ਨਹੀਂ ਕਰਦੇ ਕਿ ਕਿਤੇ ਸਾਡਾ ਇਹ ਸਟੋਰ ਬੰਦ ਨਾ ਹੋ ਜਾਵੇ। ਵਾਲਮਾਰਟ ਅਮਰੀਕਾ ਦਾ ਸਭ ਤੋਂ ਵੱਡਾ ਇੰਪਲੋਇਰ ਆ ਅਤੇ ਐਮਾਜ਼ੋਨ ਦੂਜੇ ਨੰਬਰ ਦੇ ਉੱਤੇ ਆ। ਸੋ ਐਮਾਜ਼ੋਨ ਜਿਹੜਾ ਪਹਿਲਾਂ ਸ਼ੁਰੂ ਦੇ ਵਿੱਚ ਕਿਤਾਬਾਂ ਵੇਚਦੇ ਹੁੰਦੇ ਸੀ, ਉਹਨਾਂ ਦਾ ਉਸ ਆਨਲਾਈਨ ਜਿਹੜਾ ਸੇਲ ਸੀਗੀ, ਅਤੇ ਹੁਣ ਇਹ ਇੱਕ ਸਭ ਤੋਂ ਵੱਡਾ ਇਸ ਵੇਲੇ ਇਹਨਾਂ ਦਾ ਕੰਮਕਾਰ ਆ। ਇਹਨਾਂ ਦੇ ਵਿੱਚ ਵੇਜਸ ਆਮ ਤੌਰ 'ਤੇ ਦੂਜੀ ਕੰਪਨੀਜ਼ ਨਾਲੋਂ ਜ਼ਿਆਦਾ ਹੁੰਦੇ ਆ ਐਮਾਜ਼ੋਨ ਦੇ ਵਿੱਚ ਕੰਮ ਕਰਨ ਵਾਲਿਆਂ ਦੇ। ਇੱਥੇ ਯੂਨੀਅਨ ਨਹੀਂ ਆ, ਅਤੇ ਹੁਣ ਜੇ ਯੂਨੀਅਨ ਬਣਦੀ ਆ ਇਹ ਤਾਂ ਇਹ ਇੱਕ ਵੱਡਾ ਸਟੈਪ ਹੋਊਗੀ, ਵੱਡਾ ਇੱਕ ਟਰਨਿੰਗ ਪੁਆਇੰਟ ਹੋਊਗਾ ਐਮਾਜ਼ੋਨ ਦੇ ਲਈ, ਕਿਉਂਕਿ ਉਹ ਕਹਿ ਰਹੇ ਆ ਕਿ ਜੇ ਯੂਨੀਅਨ ਬਣ ਗਈ ਤਾਂ ਸਾਡੇ ਕੰਮਕਾਰ ਦੇ ਉੱਤੇ ਅਸਰ ਪਊਗਾ। ਜਿਸ ਤਰੀਕੇ ਦੇ ਨਾਲ ਅਸੀਂ ਡਿਲੀਵਰੀਜ਼ ਹੁਣ ਕਰ ਰਹੇ ਹਾਂ ਟਾਈਮ ਦੇ ਉੱਤੇ, ਸ਼ਾਇਦ ਇਹ ਨਾ ਹੋ ਸਕਣ। ਇਹਦੀਆਂ ਇਲੈਕਸ਼ਨ ਆ ਰਹੀਆਂ ਅਗਲੇ ਹਫਤੇ ਦੇ ਵਿੱਚ, ਉਸ ਚੀਜ਼ ਨੇ ਡਿਸਾਈਡ ਕਰਨਾ ਕਿ ਇੱਥੇ ਯੂਨੀਅਨ ਬਣਦੀ ਹੈ ਕਿ ਨਹੀਂ। ਅਮਰੀਕਾ ਦਾ ਜਿਹੜਾ ਇਹ ਵੇਅਰ ਹਾਊਸ ਵਰਕਰਸ ਨੇ ਉੱਥੇ ਸਟੈਟਨ ਆਈਲੈਂਡ ਨਿਊਯਾਰਕ ਦੇ ਵਿੱਚ ਅਤੇ ਬੈਸਮਰ ਐਲਾਬਾਮਾ ਦੇ ਵਿੱਚ। ਸੋ ਨਿਊਯਾਰਕ ਅਤੇ ਐਲਾਬਾਮਾ ਦੇ ਵਿੱਚ ਜੇ ਇਹ ਲੋਕ ਵੋਟ ਪਾ ਦਿੰਦੇ ਆ, ਉੱਥੋਂ ਦੇ ਵਰਕਰ ਮੈਜੋਰਿਟੀ ਯੈਸ ਕਰ ਦਿੰਦੇ ਆ ਕਿਸੇ ਵੀ ਲੋਕੇਸ਼ਨ ਦੇ ਉੱਤੇ, ਤਾਂ ਇਹ ਪਹਿਲੀ ਅਮਰੀਕਾ ਦੇ ਵਿੱਚ ਸਕਸੈਸਫੁਲ ਐਫਰਟ ਹੋਊਗਾ ਕਿ ਐਮਾਜ਼ੋਨ ਦੇ ਇਤਿਹਾਸ ਦੇ ਵਿੱਚ ਕਿ ਉੱਥੇ ਯੂਨੀਅਨ ਬਣਨ ਜਾ ਰਹੀ ਹੈ। ਹੁਣ ਇਹ ਵੱਖਰੀ ਹਾਲਾਂਕਿ ਉੱਥੇ ਹਾਲਾਤ ਨੇ ਦੋਵਾਂ ਸਟੇਟਾਂ ਦੇ ਵਿੱਚ, ਯੂਨੀਅਨ ਲੈਂਡਸਕੇਪ ਜਿਹੜਾ ਐਲਾਬਾਮਾ ਦੇ ਵਿੱਚ ਆ ਉਹ ਹੋਰ ਤਰ੍ਹਾਂ ਦਾ ਨਿਊਯਾਰਕ ਨਾਲੋਂ। ਪਿਛਲੇ ਸਾਲ ਯੂਨੀਅਨ ਮੈਂਬਰ ਜਿਹੜੇ 22% ਵੇਜਸ ਵਧਾਉਣ ਦੀ ਉਹਨਾਂ ਨੇ ਗੱਲਬਾਤ ਕੀਤੀ ਸੀਗੀ, ਅਤੇ ਹੁਣ ਇਹ ਸਾਰੇ ਕੁਛ ਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਜੇ ਲੋਕ ਉਹਦੇ ਹੱਕ ਵਿੱਚ ਪਾਉਂਦੇ ਆ ਤਾਂ ਕੀ ਯੂਨੀਅਨ ਬਣਦੀ ਆ ਜਾਂ ਨਹੀਂ ਬਣਦੀ, ਅਤੇ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਣਾ ਕੰਪਨੀ ਨੂੰ। ਨਿਊਯਾਰਕ ਦੇ ਵਿੱਚ ਜਿਹੜਾ ਰਾਈਟ ਟੂ ਵਰਕ, ਉਹ ਰਾਈਟ ਟੂ ਵਰਕ ਸਟੇਟ ਨਹੀਂ ਹੈ, ਉੱਥੇ ਜਿਹੜੀ ਐਮਾਜ਼ੋਨ ਨੂੰ ਉਹਨੂੰ ਇਸ ਗੱਲ ਦਾ ਫਾਇਦਾ ਆ। ਉਹ ਵਰਕਰਸ ਨੂੰ ਕਹਿ ਰਹੀ ਹੈ ਕਿ ਜੇ ਤੁਸੀਂ ਇਹ ਯੂਨੀਅਨ ਦੇ ਵਿੱਚ ਜਾਓਗੇ ਤਾਂ ਅਸੀਂ ਤੁਹਾਨੂੰ ਜਿਹੜਾ ਫਾਇਰ ਕਰ ਦਿਆਂਗੇ, ਤੁਹਾਨੂੰ ਕੰਮ ਤੋਂ ਕੱਢ ਦਿਆਂਗੇ। ਹੁਣ ਇਹ ਇੱਕ ਟਰਨਿੰਗ ਪੁਆਇੰਟ ਉੱਥੇ ਹੈਗਾ ਆ, ਔਰ ਬਹੁਤੀ ਉੱਥੇ ਜਿਹੜੀ ਵਰਕ ਫੋਰਸ ਹੈਗੀ ਆ ਉਹ ਐਲਾਬਾਮਾ ਦੇ ਵਿੱਚ ਉਹ ਬਲੈਕ ਪਾਪੂਲੇਸ਼ਨ ਆ, 70% ਉੱਥੇ ਬਲੈਕ ਰੈਜ਼ੀਡੈਂਟਸ ਨੇ। ਸੋ ਉਹਨਾਂ ਦੇ ਉੱਤੇ ਇਹਦਾ ਕੀ ਅਸਰ ਪੈਂਦਾ, ਇਸ ਵੇਲੇ ਇਸ ਗੱਲ ਵੱਲ ਦੁਨੀਆ ਦੀ ਨਿਗਾਹ ਟਿਕੀ ਆ ਕਿ ਕੀ ਐਮਾਜ਼ੋਨ ਦੇ ਵਿੱਚ ਯੂਨੀਅਨ ਬਣਦੀ ਆ ਜਾਂ ਨਹੀਂ ਬਣਦੀ। ਇੱਕ ਜ਼ਮਾਨਾ ਇਹ ਸੀ ਕਿ ਜਦੋਂ ਯੂਨੀਅਨਸ ਦਾ ਬਹੁਤ ਜ਼ਿਆਦਾ ਜ਼ੋਰ ਸੀ ਦੁਨੀਆ ਦੇ ਉੱਤੇ, ਯੂਨੀਅਨਸ ਹਰ ਇੱਕ ਤਰ੍ਹਾਂ ਦਾ ਕੰਮ ਕਰਵਾ ਲੈਂਦੀਆਂ ਸੀ। ਫਿਰ ਇੱਕ ਸਮਾਂ ਆਇਆ ਕਿ ਕਾਨੂੰਨ ਹੀ ਇੱਦਾਂ ਦੇ ਬਣ ਗਏ ਜਿਹੜੇ ਵਰਕਰ ਦੇ ਰਾਈਟ ਨੂੰ ਪ੍ਰੋਟੈਕਟ ਕਰਦੇ ਆ, ਯੂਨੀਅਨ ਦੀ ਲੋੜ ਹੀ ਨਹੀਂ ਰਹੀ।
ਪਰ ਇਹ ਕੰਟਰੋਵਰਸੀ ਹਮੇਸ਼ਾ ਹੀ ਰਹੀ ਹੈ। ਇਹ ਦੋ ਧਿਰਾਂ ਹਮੇਸ਼ਾ ਹੀ ਰਹੀਆਂ। ਇੱਕ ਲੋਕ ਯੂਨੀਅਨ ਦੇ ਹੱਕ ਵਿੱਚ ਨੇ ਕਿ ਜਿਹੜੇ ਕਹਿੰਦੇ ਯੂਨੀਅਨ ਹੋਣੀ ਚਾਹੀਦੀ ਆ, ਇੱਕ ਲੋਕ ਇਹ ਕਹਿੰਦੇ ਆ ਕਿ ਯੂਨੀਅਨ ਜਿਹੜੀ ਆ ਉਹ ਮਿਸਯੂਜ਼ ਹੋ ਜਾਂਦੀ ਆ, ਉਹਦੀ ਦੁਰਵਰਤੋਂ ਹੋ ਜਾਂਦੀ ਹੈ ਅਤੇ ਮੁੜ ਕੇ ਉਹਨੂੰ ਪੋਲੀਟੀਕਲੀ ਵੀ ਕਿਸੇ ਪਾਸੇ ਨੂੰ ਲਿਜਾਇਆ ਜਾ ਸਕਦਾ। ਇਸ ਮਾਮਲੇ ਦੇ ਵਿੱਚ ਹੁਣ ਅਮਰੀਕਾ ਦੇ ਵਿੱਚ ਐਮਾਜ਼ੋਨ ਦੇ ਉੱਤੇ ਨਿਊਯਾਰਕ ਅਤੇ ਐਲਾਬਾਮਾ ਦੇ ਵਿੱਚ ਲੋਕਾਂ ਦੀ ਨਿਗਾਹ ਟਿਕੀ ਆ। ਇੱਥੇ ਯੂਨੀਅਨ ਬਣਦੀ ਹੈ, ਜੇ ਬਣਦੀ ਹੈ ਤਾਂ ਫਿਰ ਸਾਰੇ ਹੀ ਬਣ ਜਾਣੀ ਆ। ਜੇ ਸਾਰੇ ਬਣ ਜਾਂਦੀ ਆ ਤਾਂ ਇੱਕ ਵਾਰੀ ਫਿਰ ਉਸ ਪੁਰਾਣੇ ਯੁੱਗ ਦੀ ਵਾਪਸੀ ਮੰਨੀ ਜਾ ਰਹੀ ਆ, ਜਿਹਦੇ ਵਿੱਚ ਯੂਨੀਅਨਸ ਹੁੰਦੀਆਂ ਸੀ ਅਤੇ ਉਹ ਕੰਪਨੀਆਂ ਕੋਲੋਂ ਆਪਣੇ ਅਨੁਸਾਰ ਆਪਣੇ ਹੱਕ ਲੈਂਦੀਆਂ ਸੀ। ਯੂਕਰੇਨ ਅਤੇ ਰੂਸ ਦੇ ਵਿੱਚ ਲਗਾਤਾਰ ਲੜਾਈ ਜਾਰੀ ਆ। ਜਿਹੜੇ ਖਾਰਕਿਵ ਦੇ ਗਵਰਨਰ ਦਾ ਕਹਿਣਾ ਹੈ ਕਿ ਰੂਸੀ ਫੌਜ ਨੇ ਪਿਛਲੇ 24 ਘੰਟਿਆਂ ਦੇ ਵਿੱਚ, ਅੱਜ ਜਦੋਂ ਕਿ 33ਵਾਂ ਦਿਨ ਉੱਥੇ ਹੈਗਾ ਆ, 200 ਤੋਂ ਜ਼ਿਆਦਾ ਹਵਾਈ ਹਮਲੇ ਕੀਤੇ ਆ। ਯੂਕਰੇਨ ਦਾਅਵਾ ਕਰ ਰਿਹਾ ਕਿ ਰੂਸੀ ਹਮਲੇ ਨੇ ਹੁਣ ਤੱਕ ਯੂਕਰੇਨ ਦੇ 143 ਬੱਚਿਆਂ ਦੀ ਮੌਤ ਹੋ ਚੁੱਕੀ ਆ, 216 ਤੋਂ ਜ਼ਿਆਦਾ ਜ਼ਖਮੀ ਹੋ ਚੁੱਕੇ ਆ। ਇਹ ਅੰਕੜਾ ਲਗਾਤਾਰ ਵੱਧ ਰਿਹਾ। ਦੂਜੇ ਪਾਸੇ ਯੂਕਰੇਨ ਡਿਫੈਂਸ ਇੰਟੈਲੀਜੈਂਸ ਦਾ ਜਿਹੜਾ ਦਾਅਵਾ ਆ ਕਿ ਵਲਾਦੀਮੀਰ ਪੁਤਿਨ ਯੂਕਰੇਨ ਨੂੰ ਅਸਲ ਦੇ ਵਿੱਚ ਕੋਰੀਆ ਬਣਾਉਣਾ ਚਾਹੁੰਦਾ, ਵੀ ਇਹਦੇ ਦੋ ਹਿੱਸੇ ਕਰਕੇ ਇਹਨੂੰ ਤੋੜ ਕੇ ਈਸਟਰਨ ਅਤੇ ਵੈਸਟਰਨ ਯੂਕਰੇਨ ਬਣਾ ਕੇ ਅਤੇ ਜਿਹੜਾ ਕ੍ਰੀਮੀਆ ਤੱਕ ਜਿਹੜਾ ਲੈਂਡ ਕੋਰੀਡੋਰ ਆ ਉਹ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ। ਵੀ ਹੁਣ ਉਹਦਾ ਯਤਨ ਇਹ ਆ। ਜਿਹੜਾ ਰੂਸ ਦਾ ਮਕਸਦ ਸੀਗਾ ਉਹ ਸਫਲ ਨਹੀਂ ਹੋਇਆ ਅਤੇ ਹੁਣ ਉਹ ਇਹ ਕੰਮ ਕਰੂਗਾ। ਦੂਜਾ, ਯੂਕਰੇਨ ਦੇ ਕਈ ਸ਼ਹਿਰਾਂ ਦੇ ਉੱਤੇ ਰੂਸੀ ਹਮਲੇ ਦੇ ਵਿੱਚ ਅੱਜ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਉਹਨਾਂ ਦੇ ਪ੍ਰਤੀਨਿਧ ਆ ਉਹ ਤੁਰਕੀ ਦੇ ਇਸਤਾਂਬੁਲ ਦੇ ਵਿੱਚ ਪਹੁੰਚਿਆ ਅਤੇ ਚੌਥੇ ਰਾਊਂਡ ਦੀ ਜਿਹੜੀ ਸ਼ਾਂਤੀ ਵਾਰਤਾ ਆ ਉਸ ਬੈਠਕ ਉਹ ਉਹਨਾਂ ਨੇ ਕੀਤੀ ਆ। ਰੂਸ ਯੂਕਰੇਨ ਦੇ ਵਿੱਚ ਹੁਣ ਤੱਕ 28 ਫਰਵਰੀ, 1 ਮਾਰਚ, 7 ਮਾਰਚ ਨੂੰ ਇਹ ਗੱਲਾਂ ਬਾਤਾਂ ਹੋਈਆਂ। ਸ਼ਾਂਤੀ ਵਾਰਤਾ ਜਿਹਨੂੰ ਕਹਿੰਦੇ ਆ, ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਸਾਰੀ ਲੜਾਈ ਰੁਕ ਜਵੇ, ਪਰ ਗੱਲ ਸਲਾਹ ਦੇ ਰਸਤੇ 'ਤੇ ਪੈਂਦੀ ਨਹੀਂ। ਸੋਮਵਾਰ ਦੀ ਮੀਟਿੰਗ ਤੋਂ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਤੈਯਿਪ ਐਰਦੋਗਨ ਨੇ ਇਹ ਗੱਲ ਕਹੀ ਹੈ ਕਿ 6 ਪੁਆਇੰਟ ਦੇ ਵਿੱਚੋਂ 4 ਪੁਆਇੰਟ ਦੇ ਉੱਤੇ ਦੋਨਾਂ ਦੇਸ਼ਾਂ ਦੇ ਵਿੱਚ ਸਹਿਮਤੀ ਬਣ ਗਈ ਆ। 6 ਚੋਂ 4 ਗੱਲਾਂ 'ਤੇ ਯੂਕਰੇਨ ਵੀ ਸਹਿਮਤ ਆ, ਰੂਸ ਵੀ ਸਹਿਮਤ ਆ, ਜਿਹਦੇ ਵਿੱਚ ਯੂਕਰੇਨ ਦਾ ਜਿਹੜਾ ਨੈਟੋ ਦੇ ਵਿੱਚ ਸ਼ਾਮਲ ਨਾ ਹੋਣ ਦੀ ਸ਼ਰਤ ਵੀ ਸ਼ਾਮਲ ਆ। ਦੂਜੇ ਪਾਸੇ ਜਿਹੜੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਆ, ਉਹਨਾਂ ਨੇ ਕਿਹਾ, ਰੂਸ ਦੇ ਪੱਤਰਕਾਰ ਨੂੰ ਦਿੱਤੇ ਇੱਕ ਇੰਟਰਵਿਊ 'ਚ ਇਹ ਗੱਲ ਕਹੀ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਸ਼ਰਤਾਂ ਦੇ ਤਹਿਤ ਅਸੀਂ ਸਮਝੌਤਾ ਨਹੀਂ ਕਰਨਾ। ਸੋ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਇਹ ਬਿਆਨ ਦੇ ਰਹੇ ਆ ਤਾਂ ਫਿਰ ਲੱਗਦਾ ਕਿ ਸਮਝੌਤਾ ਨਹੀਂ ਹੋਣਾ। ਸੋ ਇਹਦੇ ਵਿੱਚ ਹੁਣ ਇਹ ਸ਼ਾਂਤੀ ਵਾਰਤਾ ਦੇ ਵਿੱਚ ਕੀ ਹੁੰਦਾ ਉਹ ਵੀ ਦੇਖਣ ਵਾਲੀ ਗੱਲ ਹੋਊਗੀ। ਰੂਸ ਨੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੀ ਇੰਟਰਵਿਊ ਨੂੰ ਟੈਲੀਕਾਸਟ ਕਰਨ ਦੇ ਉੱਤੇ ਰੋਕ ਲਾ ਦਿੱਤੀ। ਉਹ ਕਹਿੰਦੇ ਵੀ ਇਹ ਜਿਹੜੀ ਇੰਟਰਵਿਊ ਕੀਤੀ ਹੈ ਸਾਡੇ ਟੈਲੀਕਾਸਟ ਨਹੀਂ ਹੋ ਸਕਦੀ। ਜਿਹੜਾ ਰੂਸੀ ਮੀਡੀਆ ਦੇ ਨਾਲ ਜਿੱਦਾਂ ਪਹਿਲਾਂ ਜ਼ਿਕਰ ਕੀਤਾ, ਵਲਾਦੀਮੀਰ ਜ਼ੈਲੈਂਸਕੀ ਦਾ ਇੰਟਰਵਿਊ ਸੀਗਾ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਜਿਹੜੇ ਇੱਕ ਕਸਾਈ ਵਾਲਾ ਬਿਆਨ ਸੀ ਉਹਦੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡਾ ਧਿਆਨ ਯੁੱਧ ਰੋਕਣ ਵੱਲ ਹੋਣਾ ਚਾਹੀਦਾ। ਪੋਲੈਂਡ ਦੌਰੇ ਦੇ ਦੌਰਾਨ ਬਾਈਡਨ ਨੇ ਪੁਤਿਨ ਨੂੰ ਇੱਕ ਕਸਾਈ ਕਿਹਾ ਸੀ। ਜਿਸ ਮਾਮਲੇ ਦੇ ਉੱਤੇ ਕਾਫੀ ਗੱਲਬਾਤ ਚੱਲੀ ਸੀ। ਯੂਕਰੇਨ ਦੇ ਜੰਗ ਦੇ ਵਿੱਚ ਜਿਹੜਾ ਬੈਲਾਰੂਸ ਦੇ ਉੱਤੇ ਸ਼ਿਕੰਜਾ ਕੱਸ ਦਿੱਤਾ ਆ। ਲਵੀਵ ਸ਼ਹਿਰ ਦੇ ਵਿੱਚ ਬੈਲਾਰੂਸ ਦੇ ਜਿਹੜੇ ਉਹਨਾਂ ਦੇ ਆਫਿਸਿਸ ਨੇ ਡਿਪਲੋਮੈਟਸ ਦੇ, ਉਹ ਬੰਦ ਕਰਨ ਦਾ ਫੈਸਲਾ ਕਰ ਲਿਆ। ਯੂਕਰੇਨ ਦੀ ਰਾਜਧਾਨੀ ਕੀਵ ਅਤੇ ਲੁਟੈਕਸ 'ਤੇ ਰੂਸ ਦੀ ਏਅਰ ਸਟਰਾਈਕ ਕੀਤੀ ਹੈ। ਦ ਕੀਵ ਇੰਡੀਪੈਂਡੈਂਟ ਜਿਹੜੀ ਨਿਊਜ਼ ਏਜੰਸੀ ਹੈ ਉਹਦੇ ਮੁਤਾਬਕ ਦੋਨਾਂ ਸ਼ਹਿਰਾਂ ਦੇ ਵਿੱਚ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ। UN ਦੇ ਅਨੁਸਾਰ ਹੁਣ ਤੱਕ ਇਸ ਲੜਾਈ ਦੇ ਵਿੱਚ 1119 ਆਮ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। 1700 ਤੋਂ ਜ਼ਿਆਦਾ ਨਾਗਰਿਕ ਜ਼ਖਮੀ ਹੋਏ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਤਾਬਕ ਰੂਸ ਨੇ ਯੂਕਰੇਨ ਦੀ 135 ਤੋਂ ਜ਼ਿਆਦਾ ਹਸਪੀਟਲ ਅਤੇ ਮੈਡੀਕਲ ਫੈਸਿਲਿਟੀ ਨੂੰ ਤਹਿਸ ਨਹਿਸ ਕਰ ਦਿੱਤਾ ਆ। ਯੂਕਰੇਨੀ ਆਰਮਡ ਫੋਰਸ ਦੇ ਮੁਤਾਬਕ ਯੂਕਰੇਨ ਦੇ 26 ਮਾਰਚ ਤੋਂ 7 ਰੂਸੀ ਟੈਂਕ, 1 ਤੋਪ ਅਤੇ 200 ਸੈਨਿਕਾਂ ਨੂੰ ਮਾਰ ਦਿੱਤਾ ਹੈ। ਜੰਗ ਦੀ ਵਜ੍ਹਾ ਨਾਲ ਯੂਕਰੇਨ ਦੇ ਵਿੱਚ 40 ਲੱਖ ਤੋਂ ਜ਼ਿਆਦਾ ਲੋਕ ਹੁਣ ਤੱਕ ਸ਼ਰਨਾਰਥੀ ਬਣ ਚੁੱਕੇ ਆ। ਇਹ ਲਗਾਤਾਰ ਅੰਕੜਾ ਵੱਧ ਰਿਹਾ। 500,000 ਤੋਂ ਸ਼ੁਰੂ ਹੋਇਆ, ਫਿਰ ਮਿਲੀਅਨ, 2 ਮਿਲੀਅਨ, 3 ਮਿਲੀਅਨ ਅਤੇ ਹੁਣ 4 ਮਿਲੀਅਨ ਉਹ ਅੰਕੜਾ ਟੱਪ ਚੁੱਕਾ ਹੈ। UN ਦੇ ਮੁਤਾਬਕ 1.8 ਮਿਲੀਅਨ ਲੋਕ ਦੇਸ਼ ਤੋਂ ਬਾਹਰ ਅਤੇ 2.5 ਮਿਲੀਅਨ ਲੋਕ ਦੇਸ਼ ਦੇ ਵਿੱਚ ਇੱਧਰ ਉੱਧਰ ਉਹਨਾਂ ਨੂੰ ਮੂਵ ਹੋਣਾ ਪਿਆ ਇਸ ਲੜਾਈ ਕਰਕੇ। ਕਰੋਨਾ ਵਾਇਰਸ ਕੋਵਿਡ-19 ਚੀਨ ਤੋਂ ਸ਼ੁਰੂ ਹੋਇਆ ਸੀ। ਹੁਣ ਇੱਕ ਵਾਰੀ ਫੇਰ ਲੋਕ ਚਿੰਤਤ ਨੇ। ਚਿੰਤਤ ਇਸ ਕਰਕੇ ਨੇ ਕਿ ਭਾਵੇਂ ਦੁਨੀਆ ਦੇ ਵਿੱਚ ਅਸੀਂ ਪਹਿਲਾਂ ਜ਼ਿਕਰ ਕਰਕੇ ਹਟੇ ਕਿ ਮਾਸਕ ਮੈਂਡੇਟ ਹਟ ਗਏ, ਪਾਬੰਦੀਆਂ ਹਟ ਰਹੀਆਂ, ਸਾਰਾ ਕੁਝ ਠੀਕ ਠਾਕ ਹੋ ਰਿਹਾ, ਪਰ ਚੀਨ ਦੇ ਵਿੱਚ ਸਾਰਾ ਕੁਝ ਠੀਕ ਠਾਕ ਨਹੀਂ ਹੈ। ਉੱਥੇ ਫਿਰ ਅੰਦਰ ਇੱਕ ਕਾਫੀ ਉਹਨਾਂ ਦੇ ਟੈਨਸ਼ਨ ਆ, ਬਹੁਤ ਕੁਝ ਉੱਥੇ ਚੀਨ ਦੇ ਵਿੱਚ ਅੰਦਰ ਵਾਪਰ ਰਿਹਾ ਜਿਹੜਾ ਕਿ ਬਾਹਰ ਨਹੀਂ ਪਤਾ ਲੱਗ ਰਿਹਾ। ਇਸ ਗੱਲ ਤੋਂ ਦੁਨੀਆ ਅੱਜ ਚਿੰਤਤ ਹੋ ਰਹੀ ਹੈ ਕਿ ਜੇ ਜਦੋਂ ਚੀਨ ਦੇ ਵਿੱਚ ਸਾਰਾ ਕੁਝ ਸ਼ੁਰੂ ਹੋਇਆ ਸੀ, ਲੋਕ ਚਿੰਤਤ ਨਹੀਂ ਸੀ, ਬਾਕੀ ਦੁਨੀਆ ਬਾਅਦ ਦੇ ਵਿੱਚ ਬਾਕੀ ਦੁਨੀਆ ਚਿੰਤਾ ਦੇ ਵਿੱਚ ਪੈ ਗਈ ਤਾਂ ਚੀਨ ਠੀਕ ਠਾਕ ਹੋ ਗਿਆ। ਫਿਰ ਹੁਣ ਜਦੋਂ ਬਾਕੀ ਦੁਨੀਆ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੋਣ ਦੇ ਨੇੜੇ ਜਾ ਰਿਹਾ ਤਾਂ ਚੀਨ ਦੇ ਵਿੱਚ ਫਿਰ ਸੰਕਟ ਖੜਾ ਆ।
ਲੋਕ ਇਸ ਸਰਕਲ ਨੂੰ ਇਦਾਂ ਦੇਖ ਰਹੇ ਨੇ ਕਿਤੇ ਕਿ ਉਸ ਸਾਈਕਲ ਦੇ ਮੁਤਾਬਕ ਕਿਤੇ ਮੁੜ ਕੇ ਫਿਰ ਚੀਨ ਠੀਕ ਠਾਕ ਹੋ ਜਾਵੇ ਤੇ ਬਾਹਰ ਫਿਰ ਵਿਪਤਾ ਪੈ ਜਾਵੇ। ਚੀਨ ਦਾ ਸਭ ਤੋਂ ਵੱਡਾ ਸ਼ਹਿਰ ਆ ਤੇ ਉਹਦੇ ਵਿੱਚ ਸੋਮਵਾਰ ਨੂੰ 5 ਦਿਨ ਦੇ ਲਈ, ਸੋਮਵਾਰ ਤੋਂ ਲੈ ਕੇ ਮਤਲਬ ਅੱਜ ਤੋਂ ਲੈ ਕੇ 5 ਦਿਨ ਦੇ ਲਈ ਬੰਦ ਕਰ ਦਿੱਤਾ ਉਹਨੂੰ। ਵੱਡੇ ਪੈਮਾਨੇ ਦੇ ਉੱਤੇ ਕਰੋਨਾ ਵਾਇਰਸ ਦੀ ਟੈਸਟਿੰਗ ਹੋ ਰਹੀ ਹੈ। ਸ਼ਹਿਰ ਦੇ ਵਿੱਚ ਓਮਿਕਰੋਨ ਕੇਸਿਸ ਨੂੰ ਕੰਟਰੋਲ ਕਰਨ ਦੇ ਲਈ ਕਦਮ ਚੱਕੇ ਗਏ। ਚੀਨ ਸਰਕਾਰ ਨੇ ਇਹ ਤੋਂ ਬਾਅਦ ਦੇਸ਼ ਦੇ ਜਿਹੜੇ ਪੱਛਮੀ ਹਿੱਸੇ ਦੇ ਵਿੱਚ 1 ਅਪ੍ਰੈਲ ਤੋਂ ਕਰੋਨਾ ਟੈਸਟਿੰਗ ਉਹ ਕਹਿੰਦੇ ਅਸੀਂ ਕਰਾਂਗੇ, ਇਸ ਕਰਕੇ ਲੋਕਡਾਊਨ ਸ਼ੰਘਾਈ ਦੇ ਵਿੱਚ ਇਹ ਲਾਇਆ ਗਿਆ ਹੈ। ਲੋਕਾਂ ਨੂੰ ਘਰਾਂ ਦੇ ਵਿੱਚ ਕੈਦ ਕਰ ਦਿੱਤਾ ਇੱਕ ਤਰੀਕੇ ਦੇ ਨਾਲ, ਭਾਵੇਂ ਕਿ ਸਾਰਿਆਂ ਨੂੰ ਨਹੀਂ ਕੀਤਾ। ਕਰੋਨਾ ਦਾ ਹੌਟ ਸਪੌਟ ਸ਼ੰਘਾਈ, ਉਹਦੀ ਜਨਸੰਖਿਆ 25 ਮਿਲੀਅਨ ਇਸ ਵੇਲੇ ਦੱਸੀ ਜਾ ਰਹੀ ਹੈ। ਮਾਰਚ ਮਹੀਨੇ ਦੀ ਸ਼ੁਰੂ ਤੋਂ ਲੈ ਕੇ ਇੱਥੇ ਕਰੋਨੇ ਦੇ ਕੇਸ ਵੱਧਦੇ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਕੋਵਿਡ ਦਾ ਹੌਟ ਸਪੌਟ ਬਣ ਗਿਆ। ਲੰਘਿਆ ਸ਼ਨੀਵਾਰ ਸ਼ੰਘਾਈ ਦੇ ਵਿੱਚ ਕਰੋਨਾ ਦੇ 2676 ਨਵੇਂ ਮਾਮਲੇ ਸਾਹਮਣੇ ਆਏ ਆ। ਉਹ ਚੀਨ ਜਿਹੜਾ ਇੱਕਦਮ ਕੋਵਿਡ ਫ੍ਰੀ ਹੋ ਗਿਆ ਸੀ, ਉਸ ਵੇਲੇ ਜਦੋਂ ਦੁਨੀਆ ਦੇ ਵਿੱਚ ਹਜੇ ਕੋਵਿਡ ਫੈਲ ਰਿਹਾ ਸੀ, ਉਹਦੇ ਸ਼ਹਿਰ ਸ਼ੰਘਾਈ ਦੇ ਵਿੱਚ ਦੁਬਾਰਾ 2676 ਨਵੇਂ ਕੋਵਿਡ ਦੇ ਮਾਮਲੇ ਆਉਣੇ ਸੱਚਮੁੱਚ ਚਿੰਤਾ ਵਾਲੀ ਗੱਲ ਆ। ਇਹ ਬੈਨ ਜਿਹੜਾ ਆਮ ਜਨਤਾ ਦੇ ਲਈ ਵੀ ਕੀਤਾ ਗਿਆ ਆ। ਹਾਂਗਕਾਂਗ ਯੂਨੀਵਰਸਿਟੀ ਦੀ ਇੱਕ ਰਿਪੋਰਟ ਦੇ ਮੁਤਾਬਕ ਚੀਨ ਦੀ ਵੈਕਸੀਨ ਸਿਨੋਵੈਕ ਕਰੋਨਾ ਦੇ ਨਵੇਂ ਵੇਰੀਐਂਟ ਓਮਿਕਰੋਨ ਦੇ ਉੱਤੇ ਐਂਟੀਬਾਡੀਜ਼ ਨਹੀਂ ਬਣਾ ਰਹੀ। ਚੀਨ ਨੇ ਸਭ ਤੋਂ ਪਹਿਲਾਂ ਵੈਕਸੀਨ ਬਣਾ ਲਈ ਸੀ, ਦੁਨੀਆ ਨੇ ਇਹਨੂੰ ਮਾਨਤਾ ਨਹੀਂ ਸੀ ਦਿੱਤੀ, ਤੇ ਹੁਣ ਇਹ ਉਹਨਾਂ ਦੀਆਂ ਯੂਨੀਵਰਸਿਟੀ ਦੀਆਂ ਰਿਪੋਰਟਸ ਹੀ ਦੱਸ ਰਹੀਆਂ ਕਿ ਜਿਹੜੀ ਉਹਨਾਂ ਨੇ ਵੈਕਸੀਨ ਬਣਾਈ ਸੀ ਉਹ ਕੰਮ ਨਹੀਂ ਕਰ ਰਹੀ। ਇਹ ਉਹਨਾਂ ਲੋਕਾਂ ਨੂੰ ਵੀ ਕਹਿੰਦੇ ਨਹੀਂ ਵਿਚਾਰੇ ਜਿਨ੍ਹਾਂ ਨੇ ਇਹ ਤੋਂ ਪਹਿਲਾਂ 2 ਖੁਰਾਕਾਂ ਇਹਦੀਆਂ ਲੈ ਲਈਆਂ ਆ। 2021 ਤੱਕ ਚੀਨ ਦੀ 1.6 ਬਿਲੀਅਨ ਆਬਾਦੀ ਦੇ ਵਿੱਚੋਂ 2.6 ਮਿਲੀਅਨ ਤੋਂ ਜ਼ਿਆਦਾ ਡੋਜ਼ ਦਿੱਤੇ ਜਾ ਚੁੱਕੇ ਆ। ਹੁਣ ਚੀਨ ਦੇ ਵਿੱਚ ਨੈਸ਼ਨਲ ਹੈਲਥ ਕਮਿਸ਼ਨ ਨੇ ਐਤਵਾਰ ਨੂੰ 4500 ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਆ। ਸ਼ਨੀਵਾਰ ਦੀ ਗਿਣਤੀ ਦੇ ਮੁਕਾਬਲੇ ਦੇਖਿਆ ਜਾਵੇ ਤਾਂ 1000 ਘੱਟ ਆ। ਪਹਿਲਾਂ 3500 ਸੀਗੇ, ਉਹ ਤੋਂ ਪਹਿਲਾਂ ਸ਼ੁੱਕਰਵਾਰ ਨੂੰ 4790 ਤੇ ਸ਼ਨੀਵਾਰ ਨੂੰ 5600 ਨਵੇਂ ਕਰੋਨਾ ਦੇ ਕੇਸ ਸਾਹਮਣੇ ਆਏ ਸੀ। ਹੁਣ ਇਹ ਲੋਕਡਾਊਨ ਦੇ ਨਾਲ ਹੀ ਜਿਹੜੇ ਇੱਕ ਉਹਨਾਂ ਵੱਖ-ਵੱਖ ਥਾਵਾਂ ਦੇ ਉੱਤੇ ਅਸਰ ਪੈ ਰਿਹਾ, ਉਹਨਾਂ ਦੇ ਵਪਾਰ ਦੇ ਉੱਤੇ ਅਸਰ ਪੈ ਰਿਹਾ। ਪੁੰਡੋਂਗ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਆ, ਉਹਦੀ ਫਾਈਨੈਂਸ਼ੀਅਲ ਡਿਸਟ੍ਰਿਕਟ ਵੀ ਆ, ਇਹਨੂੰ ਬੰਦ ਕਰ ਦਿੱਤਾ 1 ਅਪ੍ਰੈਲ ਤੋਂ ਲੈ ਕੇ। ਸ਼ਹਿਰ ਦਾ ਪੱਛਮੀ ਅੱਧਾ ਹਿੱਸਾ ਜਿਹੜਾ ਪੁਕਸੀ ਆ 5 ਅਪ੍ਰੈਲ ਤੱਕ ਲੋਕਡਾਊਨ ਕਰਕੇ ਬੰਦ ਕਰ ਦਿੱਤਾ, ਤੇ ਇਹਦਾ ਸਿੱਧਾ ਅਸਰ ਉੱਥੋਂ ਦੀ ਇਕੋਨਮੀ ਦੇ ਉੱਤੇ ਪੈ ਰਿਹਾ। ਜਿਹੜੇ ਲੋਕ ਕੰਮ ਕਰ ਰਹੇ ਉਹਨਾਂ ਨੂੰ ਕਿਹਾ ਗਿਆ ਕਿ ਘਰੋਂ ਕੰਮ ਕੀਤਾ ਜਾਵੇ। ਸ਼ੰਘਾਈ ਪੂਰੀ ਤਰ੍ਹਾਂ ਇਸ ਵੇਲੇ ਰੁਕਿਆ ਆ, ਤੇ ਲੋਕ ਇਸ ਗੱਲ ਤੋਂ ਲੈ ਕੇ ਸਿਰਫ ਚੀਨ ਦੇ ਵਿੱਚ ਚਿੰਤਤ ਨਹੀਂ, ਚੀਨ ਤੋਂ ਬਾਹਰ ਵਾਲੇ ਵੀ ਇਸ ਗੱਲ ਦੇ ਉੱਤੇ ਚਿੰਤਤ ਨੇ ਕਿ ਜੋ ਕੁਛ ਇੱਥੇ ਹੁਣ ਵਾਪਰ ਰਿਹਾ ਕਿਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਾਹਰ ਨਾ ਫੈਲ ਜਾਵੇ। ਕੈਨੇਡਾ ਦੇ ਵਿੱਚ ਮਹਿੰਗਾਈ ਬਾਰੇ ਅਸੀਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ। ਮਹਿੰਗਾਈ ਬਹੁਤ ਜ਼ਿਆਦਾ ਆ। ਭੋਜਨ ਦੀ, ਫੂਡ ਦੀ ਕੀਮਤ ਜ਼ਿਆਦਾ ਆ, ਗੈਸ ਦੀ ਕੀਮਤ ਜ਼ਿਆਦਾ ਆ। ਜੋ ਕੁਛ ਬੰਦੇ ਦੇ ਜੀਣ ਦੇ ਲਈ ਮੁੱਢਲੀਆਂ ਲੋੜਾਂ ਚਾਹੀਦੀਆਂ ਉਹ ਵੀ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ। ਬਹੁਤ ਸਾਰੇ ਲੋਕ ਖਾਸ ਕਰ ਪੋਸਟ ਸੈਕੰਡਰੀ ਸਟੂਡੈਂਟਸ ਉਹ ਫੂਡ ਬੈਂਕਸ ਵੱਲ ਨੂੰ ਜਾ ਰਹੇ ਨੇ। ਫੂਡ ਬੈਂਕ ਉਹ ਥਾਂ ਹੁੰਦੀ ਆ ਜਿੱਥੇ ਲੋਕ ਭੋਜਨ ਦਾਨ ਕਰਕੇ ਆਉਂਦੇ ਆ। ਪਹਿਲਾਂ ਜਿਹੜੇ ਦਾਨ ਕਰਦੇ ਆ ਜਾਂ ਉਹਨਾਂ ਕੋਲੇ ਉਹ ਭੋਜਨ ਆਉਂਦਾ, ਉਹਦੇ ਤੋਂ ਬਾਅਦ ਉੱਥੇ ਲੋਕ ਆਪਣਾ ਨਾਂ ਲਿਖਾ ਦਿੰਦੇ ਆ ਕਿ ਸਾਡੇ ਕੋਲੇ ਦੁਪਹਿਰ ਦੀ ਰੋਟੀ ਨਹੀਂ ਹੁੰਦੀ ਖਾਣ ਨੂੰ, ਰੋਟੀ ਮਤਲਬ ਭੋਜਨ ਨਹੀਂ ਹੁੰਦਾ ਖਾਣ ਨੂੰ, ਸਾਨੂੰ ਭੋਜਨ ਦਿੱਤਾ ਜਾਵੇ। ਉੱਥੋਂ ਫਿਰ ਲੋਕ ਜਾ ਕੇ ਜਿਨ੍ਹਾਂ ਕੋਲੇ ਖਾਣ ਨੂੰ ਅਫੋਰਡ ਨਹੀਂ ਕਰ ਸਕਦੇ ਉਹ ਉਸ ਫੂਡ ਬੈਂਕ ਤੋਂ ਜਾ ਕੇ ਭੋਜਨ ਲੈ ਲੈਂਦੇ ਆ। ਹੁਣ ਖਬਰਾਂ ਇਹ ਆ ਰਹੀਆਂ ਕਿ ਵੈਨਕੂਵਰ ਦੇ ਵਿੱਚ ਇਹਨਾਂ ਫੂਡ ਬੈਂਕਸ ਦੇ ਵਿੱਚ ਆਪਣਾ ਨਾਂ ਲਿਖਾਉਣ ਵਾਲਿਆਂ ਦੀ ਗਿਣਤੀ ਵੱਧ ਗਈ ਆ। 500 ਨਵੇਂ ਲੋਕਾਂ ਨੇ ਗ੍ਰੇਟਰ ਵੈਨਕੂਵਰ ਫੂਡ ਬੈਂਕ ਦੇ ਵਿੱਚ ਪਿਛਲੇ ਮਹੀਨੇ ਆਪਣਾ ਨਾਂ ਲਿਖਾਇਆ ਜਿਨ੍ਹਾਂ ਕੋਲੇ ਖਾਣ ਲਈ ਭੋਜਨ ਨਹੀਂ ਆ। ਪਹਿਲੀ ਵਾਰੀ ਆ ਇਹ ਕਿ UBC ਦੇ ਸਟੂਡੈਂਟ ਇਹਨਾਂ ਫੂਡ ਬੈਂਕ ਦੇ ਉੱਤੇ ਡਿਪੈਂਡ ਕਰ ਰਹੇ ਆ। ਜਿਹੜੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਜਿਹੜੀ ਕੈਨੇਡਾ ਦੀ ਨਹੀਂ ਦੁਨੀਆ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਆ, ਉਹਨਾਂ ਵਿੱਚ ਪੜ੍ਹਨ ਵਾਲੇ ਨਿਆਣੇ ਵੀ ਆਪਣਾ ਫੂਡ ਅਫੋਰਡ ਨਹੀਂ ਕਰ ਪਾ ਰਹੇ, ਤੇ ਉਹਨਾਂ ਦੇ ਵਿੱਚੋਂ ਵੀ ਕੁਛ ਜਿਹੜੇ ਸਟੂਡੈਂਟਸ ਨੇ ਉਹ ਇੱਥੇ ਨਾ ਫੂਡ ਬੈਂਕਸ ਦੇ ਵਿੱਚ ਸਾਈਨ ਅਪ ਕਰ ਰਹੇ ਆ। ਹਾਲਤ ਇਹ ਆ ਕਿ ਜਿਹੜੇ ਕੁਛ ਲੋਕਾਂ ਨੇ ਨਿਊਜ਼ ਏਜੰਸੀਜ਼ ਨੇ ਉੱਥੇ ਜਾ ਕੇ ਗੱਲਬਾਤ ਕੀਤੀ ਆ, ਉਹ ਕਹਿੰਦੇ ਸਾਡੇ ਕੋਲ ਇੰਨੀ ਮਨੀ ਨਹੀਂ ਹੈ ਕਿ ਅਸੀਂ ਆਪਣੀ ਸਮੈਸਟਰ ਦੀ ਪੂਰੀ ਕਰ ਸਕੀਏ, ਤੇ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੀ ਡਿਮਾਂਡ ਲਗਾਤਾਰ ਇਹਦੀ ਜੋ ਜਿਹੜੀਆਂ ਕੀਮਤਾਂ ਨੇ ਉਹ ਲਗਾਤਾਰ ਵੱਧ ਰਹੀਆਂ ਆ, ਤੇ ਇਹਦੇ ਨਾਲ ਸੰਕਟ ਪੈਦਾ ਹੋ ਰਿਹਾ। ਸੱਚਮੁੱਚ ਕੁਛ ਜਿਹੜੀਆਂ ਸਮਰ ਜੌਬਸ ਅੱਗੇ ਆ ਰਹੀਆਂ ਉਹਦੇ ਨਾਲ ਇਹਨਾਂ ਸਟੂਡੈਂਟਸ ਦੀ ਮਦਦ ਜ਼ਰੂਰ ਹੁੰਦੀ ਆ, ਪਰ ਹਾਲਤ ਇੰਨੀ ਚਿੰਤਾਜਨਕ ਆ ਕਿ ਜ਼ਿਆਦਾ ਲੋਕ ਇਹਨਾਂ ਫੂਡ ਬੈਂਕਸ ਦੇ ਉੱਤੇ ਡਿਪੈਂਡ ਕਰਨ ਲੱਗ ਪਏ ਆ। ਜਿਹੜੀ ਲਿਵਿੰਗ ਦੀ ਇੱਥੇ ਰਹਿਣ ਦਾ ਘੱਟੋ ਘੱਟ ਖਰਚਾ ਕੈਨੇਡਾ ਦੇ ਵਿੱਚ ਖਾਸ ਕਰ ਇਸ ਗ੍ਰੇਟਰ ਵੈਨਕੂਵਰ ਏਰੀਆ ਦੇ ਵਿੱਚ ਬਹੁਤ ਮਹਿੰਗਾ ਆ। ਇੱਥੇ ਇੰਨਾ ਸੌਖਿਆਂ ਰਿਹਾ ਨਹੀਂ ਜਾ ਸਕਦਾ, ਚਾਹੇ ਜਿੰਨੀਆਂ ਵੀ ਯੂਟਿਲਿਟੀਜ਼ ਨੇ ਜੋ ਕੁਛ ਵੀ ਹੈਗਾ ਉਹਨਾਂ ਸਾਰਿਆਂ ਦੇ ਬਹੁਤ ਜ਼ਿਆਦਾ ਖਰਚੇ ਨੇ।
ਤੇ ਇਸੇ ਕਰਕੇ ਇਹ ਸਾਰੇ ਜਿਹੜੇ ਸਟੂਡੈਂਟਸ ਨੇ, ਇਹ ਹਾਲਾਂਕਿ ਨੰਬਰ ਨਹੀਂ ਇਹਦਾ ਦਿੱਤਾ ਗਿਆ ਕਿ ਕਿੰਨੇ ਉੱਥੋਂ ਗਏ ਨੇ, ਪਰ ਇਹ ਪਹਿਲੀ ਵਾਰੀ ਉਹ ਕਹਿੰਦੇ ਹੋਇਆ ਕਿ UBC ਦੇ ਸਟੂਡੈਂਟਸ ਫੂਡ ਬੈਂਕ ਦੇ ਉੱਤੇ ਡਿਪੈਂਡ ਕਰਨ। ਗ੍ਰੇਟਰ ਵੈਨਕੂਵਰ ਫੂਡ ਬੈਂਕ ਦੇ ਵਿੱਚ ਇਹ ਬੱਚੇ ਜਾ ਕੇ ਆਪਣੇ ਆਪ ਨੂੰ ਸਾਈਨ ਅਪ ਕਰ ਰਹੇ ਆ ਰੋਟੀ ਪਾਣੀ ਦੇ ਲਈ, ਆਪਣੇ ਭੋਜਨ ਦੇ ਲਈ। ਹੁਣ ਪਹਿਲਾਂ ਵੀ ਲਗਾਤਾਰ ਅਸੀਂ ਖਬਰਾਂ ਕੀਤੀਆਂ ਕਿ ਲੋਕਾਂ ਨੇ ਬਾਹਰ ਜਾ ਕੇ ਖਾਣਾ ਘਟਾ ਦਿੱਤਾ, ਰੈਸਟੋਰੈਂਟ ਦੇ ਵਿੱਚ ਖਾਣਾ ਘਟਾ ਦਿੱਤਾ, ਗਰੋਸਰੀ ਬਿੱਲ ਘੱਟ ਕਰ ਲਿਆ, ਮੀਟ ਖਾਣਾ ਘੱਟ ਕਰ ਦਿੱਤਾ, ਮਹਿੰਗੀ ਗਰੋਸਰੀ ਖਰੀਦਣੀ ਬੰਦ ਕਰ ਦਿੱਤੀ ਆ। ਲੋਕ ਗਰੋਸਰੀ ਖਰੀਦਣ ਵੇਲੇ ਚੋਇਸ ਦੇਖਦੇ ਆ ਕਿ ਫਲਾਣੀ ਥਾਂ ਦੇ ਉੱਤੇ ਜਿਹੜੀ ਸਸਤੀ ਲੱਗੀ ਆ ਉਹ ਲੈ ਲਓ, ਥੋੜ੍ਹਾ ਜਿਹਾ ਬ੍ਰਾਂਡ ਲੋਕਾਂ ਨੇ ਦੇਖਣਾ ਬੰਦ ਕਰ ਦਿੱਤਾ। ਜੇ ਕਿਸੇ ਚੰਗੇ ਬ੍ਰਾਂਡ ਦੀ ਵਧੀਆ ਚੀਜ਼ ਪਹਿਲਾਂ ਲੈਂਦੇ ਸੀ, ਉਹਨੂੰ ਛੱਡ ਕੇ ਹੁਣ ਜਿਹੜਾ ਕੰਮ ਚਲਾਊ ਚੀਜ਼ ਆ ਉਹਦੇ ਉੱਤੇ ਆ ਗਿਆ। ਲੋਕਾਂ ਦੀਆਂ ਆਦਤਾਂ ਬਦਲ ਗਈਆਂ। ਜਿਹੜਾ ਗ੍ਰੇਟਰ ਵੈਨਕੂਵਰ ਫੂਡ ਬੈਂਕ ਦੇ ਵਿੱਚ ਹੋਰ ਲੋਕਾਂ ਦਾ ਸਾਈਨ ਅਪ ਕਰਨਾ, ਜਿਹਦੇ ਵਿੱਚ ਕਿ UBC ਦੇ ਸਟੂਡੈਂਟ ਵੀ ਸ਼ਾਮਲ ਆ, ਇਹ ਦੱਸਦਾ ਕਿ ਸੱਚਮੁੱਚ ਹਾਲਤ ਕਾਫੀ ਜਿਹੜੀ ਚਿੰਤਾਜਨਕ ਆ। 400 ਨਵੇਂ ਕਲਾਇੰਟ ਪਿਛਲੇ ਮਹੀਨੇ ਦੇ ਵਿੱਚ ਆਉਣੇ, ਤੇ ਇਹ ਟ੍ਰੈਂਡ ਜਿਹੜੇ ਹੈਗੇ ਆ ਜਿਸ ਤਰੀਕੇ ਦੇ ਨਾਲ ਉੱਪਰ ਨੂੰ ਜਾ ਰਿਹਾ ਆ, ਇਹ ਇੱਕ ਕਾਫੀ ਚਿੰਤਾਜਨਕ ਜਿਹੜੀ ਗੱਲ ਹੈਗੀ ਆ। ਕਿਤੇ ਨਾ ਕਿਤੇ ਇਹ ਮਹਿੰਗਾਈ ਰੁਕਣੀ ਚਾਹੀਦੀ ਆ। ਸਰਕਾਰ ਇੰਟਰਸਟ ਰੇਟ ਵਧਾ ਕੇ ਮਹਿੰਗਾਈ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੱਗਦਾ ਨਹੀਂ ਕਿ ਅਜੇ ਮਹਿੰਗਾਈ ਰੁਕ ਰਹੀ ਹੈ। ਪਹਿਲਾਂ ਵੀ ਪੋਲ ਕੀਤੀ ਗਈ ਸੀ, ਜਿਹਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਲੋਕਾਂ ਨੇ ਆਪਣੀਆਂ ਸਪੈਂਡਿੰਗਸ ਘਟਾ ਲਈਆਂ, ਕਿਸ ਤਰ੍ਹਾਂ ਲੋਕਾਂ ਨੇ ਆਪਣੇ ਖਰਚਿਆਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਜਿਹੜਾ ਇੱਥੇ ਸਰਵਾਈਵ ਕੀਤਾ ਜਾ ਸਕੇ। ਰੈਜ਼ੀਡੈਂਸ਼ੀਅਲ ਸਕੂਲਾਂ ਦਾ ਮਾਮਲਾ ਅਸੀਂ ਲਗਾਤਾਰ ਸਾਂਝਾ ਕਰਦੇ ਆਏ ਹਾਂ। ਇਹਦੇ ਵਿੱਚ ਕਸੂਰ ਇਹ ਦੱਸਿਆ ਜਾਂਦਾ ਸੀ ਕਿ ਕੈਨੇਡਾ ਸਰਕਾਰ ਤੇ ਨਾਲ ਚਰਚ, ਇਹ ਦੋਵੇਂ ਮਿਲ ਕੇ ਰੈਜ਼ੀਡੈਂਸ਼ੀਅਲ ਸਕੂਲ ਚਲਾਉਂਦੇ ਸੀ। ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਇੰਡੀਜੀਨਸ ਲੋਕ ਜਿਹੜੇ ਉਹਨਾਂ ਦੇ ਬੱਚੇ ਲਿਆਂਦੇ ਜਾਂਦੇ ਸੀ, ਫਿਰ ਉਹਨਾਂ ਦੀ ਪੜ੍ਹਾਈ ਦੇ ਨਾਂ ਦੇ ਉੱਤੇ ਉਹਨਾਂ ਦੀ ਸੱਭਿਆਚਾਰਕ ਨਸਲਕੁਸ਼ੀ ਕੀਤੀ ਜਾਂਦੀ ਸੀ। ਇਸ ਮਾਮਲੇ ਦੇ ਉੱਤੇ ਦੋ ਧਿਰਾਂ ਦੇ ਉੱਤੇ ਸਿੱਧੀ ਉਂਗਲ ਉੱਠਦੀ ਸੀ, ਇੱਕ ਕੈਥੋਲਿਕ ਚਰਚ ਤੇ ਦੂਜਾ ਸਰਕਾਰ। ਹੁਣ ਇਹ ਸਾਰੇ ਕੁਛ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਪੋਪ ਫਰਾਂਸਿਸ ਵੈਟੀਕਨ ਤੋਂ ਜਿਹੜੇ ਆ ਉਹ ਜਿਹੜੇ ਇਸ ਮਾਮਲੇ ਦੇ ਵਿੱਚ ਮਾਫੀ ਮੰਗਣ, ਤੇ ਇਹ ਵੀ ਗੱਲਬਾਤ ਚੱਲੀ ਸੀ ਕਿ ਉਹ ਇੱਥੇ ਆਉਣਗੇ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਕੈਨੇਡਾ ਦੇ ਵਿੱਚ ਆਉਣਗੇ, ਪਰ ਨਹੀਂ ਆਏ। ਹੁਣ ਮੈਟਿਸ ਨੈਸ਼ਨਲ ਕੌਂਸਲ ਦੀ ਪ੍ਰੈਜ਼ੀਡੈਂਟ ਜਿਹੜੀ ਹੈਗੀ ਆ, ਉਹਨਾਂ ਨੇ ਇਹ ਗੱਲਬਾਤ ਦੱਸੀ ਆ ਕਿ ਉਹਨਾਂ ਨੇ ਪੋਪ ਫਰਾਂਸਿਸ ਦੇ ਨਾਲ ਮੁਲਾਕਾਤ ਕੀਤੀ ਆ ਤੇ ਉੱਥੇ ਬੈਠ ਕੇ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਆ। ਤੇ ਇਹ ਗੱਲ ਜਿਹੜੀ ਹੁਣ ਤੱਕ ਸਾਹਮਣੇ ਆਈ ਹੈ ਕਿ ਉਹਨਾਂ ਨੇ ਇਸ ਮਾਮਲੇ ਵਿੱਚ ਮਾਫੀ ਕੋਈ ਨਹੀਂ ਮੰਗੀ। 1870-75 ਤੋਂ ਲੈ ਕੇ ਫਿਰ 1996 ਤੱਕ ਚਰਚ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਚਲਾਉਂਦਾ ਸੀ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਜ਼ੁਲਮ ਹੋਇਆ, ਉਸ ਮਾਮਲੇ ਦੇ ਉੱਤੇ ਉਹ ਇਹ ਗੱਲਬਾਤ ਤਾਂ ਹੋਈ ਆ ਕਿ ਪੋਪ ਕੈਨੇਡਾ ਦੇ ਵਿੱਚ ਆਉਣਗੇ, ਆ ਕੇ ਇੱਥੇ ਉਹ ਦੁਬਾਰਾ ਇੱਥੇ ਮੁਲਾਕਾਤ ਵੀ ਕਰਨਗੇ, ਪਰ ਨਾ ਤਾਂ ਤਰੀਕ ਫਿਕਸ ਹੋਈ ਹੈ ਤੇ ਨਾ ਹਜੇ ਕੁਛ ਦੌਰੇ ਬਾਰੇ ਪਤਾ ਲੱਗਿਆ, ਤੇ ਨਾ ਹੀ ਅਜੇ ਤੱਕ ਮਾਫੀ ਮੰਗੀ ਗਈ ਹੈ। ਪਹਿਲਾਂ ਇਹ ਗੱਲਬਾਤ ਚੱਲਦੀ ਸੀ ਕਿ ਉਹਨਾਂ ਨੇ ਮਾਫੀ ਮੰਗ ਲੈਣੀ ਹੈ, ਪਰ ਦੱਸਦੇ ਆ ਕਿ ਨਹੀਂ ਮੰਗੀ ਗਈ। ਲੋਕ ਉਹਨਾਂ ਨਾਲ ਮੁਲਾਕਾਤ ਕਰਕੇ ਆਏ ਆ, ਪਰ ਲੋਕ ਕਹਿੰਦੇ ਜਿਨ੍ਹਾਂ ਨੇ ਉੱਥੇ ਉਹਨਾਂ ਨਾਲ ਮੂਲ ਨਿਵਾਸੀਆਂ ਨੇ ਮੁਲਾਕਾਤ ਕੀਤੀ ਹੈ, ਉਹ ਕਾਫੀ ਜ਼ਿਆਦਾ ਇਸ ਗੱਲ ਲਈ ਉਤਸ਼ਾਹਤ ਆ, ਕਾਫੀ ਜ਼ਿਆਦਾ ਇਸ ਗੱਲ ਤੋਂ ਉਹਨਾਂ ਦੀ ਤਸੱਲੀ ਆ ਕਿ ਘੱਟੋ ਘੱਟ ਉਹਨਾਂ ਨਾਲ ਇਹ ਗੱਲਬਾਤ ਕੀਤੀ ਜਾ ਰਹੀ ਆ ਤੇ ਇਹਨਾਂ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਅੱਗੇ ਜਾ ਕੇ ਕੋਈ ਨਾ ਕੋਈ ਗੱਲਬਾਤ ਪੂਰੀ ਜ਼ਰੂਰ ਹੋਊਗੀ। ਓਨਟਾਰੀਓ ਪ੍ਰੋਵਿੰਸ ਨੇ ਫੈਡਰਲ ਸਰਕਾਰ ਦੇ ਨਾਲ 13.2 ਬਿਲੀਅਨ ਦਾ ਐਗਰੀਮੈਂਟ ਸਾਈਨ ਕਰ ਲਿਆ ਚਾਈਲਡ ਕੇਅਰ ਦੀ ਕੀਮਤ ਘਟਾਉਣ ਦੇ ਲਈ, ਤੇ ਇਹਨੂੰ $10 ਦੇ ਉੱਤੇ ਸਤੰਬਰ 2025 ਤੱਕ ਲਿਆਉਣ ਦੇ ਲਈ। ਸਾਰੇ ਪ੍ਰੋਵਿੰਸਾਂ ਨੇ ਫੈਡਰਲ ਸਰਕਾਰ ਦੇ ਨਾਲ ਇਹ ਸੰਧੀ ਸਾਈਨ ਕੀਤੀ ਸੀ। ਓਨਟਾਰੀਓ ਇਕੱਲਾ ਸੂਬਾ ਸੀ ਜਿਹੜਾ ਰਹਿੰਦਾ ਸੀ, ਹੁਣ ਉਹਨਾਂ ਨੇ ਵੀ ਸਾਈਨ ਕਰ ਲਿਆ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇੱਕ ਜੁਆਇੰਟ ਅਨਾਊਂਸਮੈਂਟ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਸੋਮਵਾਰ ਨੂੰ ਬਰੈਂਪਟਨ ਦੇ ਵਿੱਚ। $13.2 ਬਿਲੀਅਨ ਜਿਹੜੇ ਆ ਉਹ 6 ਸਾਲਾਂ ਦੇ ਵਿੱਚ ਦਿੱਤੇ ਜਾਣਗੇ, ਤੇ ਐਡੀਸ਼ਨਲ ਫੰਡਿੰਗ 2.9 ਬਿਲੀਅਨ ਦੇ ਨਾਲ ਓਨਟਾਰੀਓ ਕੱਲੀ ਜੂਰਿਸਡਿਕਸ਼ਨ ਸੀਗੀ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਇਹ ਫੈਡਰਲ ਸਰਕਾਰ ਦੇ ਨਾਲ ਸਾਈਨ ਨਹੀਂ ਕੀਤੇ ਸੀਗੇ, ਤੇ ਹੁਣ ਇਹ ਚਾਈਲਡ ਕੇਅਰ ਨੂੰ ਘਟਾਇਆ ਜਾ ਰਿਹਾ $10 ਤੱਕ, ਜਿਹੜਾ ਹੌਲੀ ਹੌਲੀ ਇਹਨੂੰ ਅਲਟੀਮੇਟਲੀ ਲਿਆਂਦਾ ਜਾਊਗਾ। ਨਿਊਜ਼ ਰਿਲੀਜ਼ ਅੱਜ ਜਿਹੜੀ ਆਈ ਆ ਓਨਟਾਰੀਓ ਮਿਨਿਸਟਰੀ ਆਫ ਐਜੂਕੇਸ਼ਨ ਨੇ, ਇਹਦੇ ਵਿੱਚ ਕਿਹਾ ਗਿਆ ਕਿ ਜਿਹੜੀ ਫਲੈਕਸੀਬਿਲਿਟੀ ਹੈਗੀ ਆ ਇਹਨਾਂ ਫੰਡਿੰਗ ਦੇ ਲਈ, ਹੋਰ ਗੱਲਾਂ ਬਾਤਾਂ ਉਹ ਵੀ ਕੀਤੀਆਂ ਜਾਣਗੀਆਂ, ਪਰ ਇਸ ਗੱਲ ਦੀ ਆਲੋਚਨਾ ਵੀ ਹੋ ਰਹੀ ਸੀ, NDP ਵੀ ਆਲੋਚਨਾ ਕਰ ਰਹੀ ਸੀ, ਪ੍ਰੀਮੀਅਰ ਡਗ ਫੋਰਡ ਦੀ ਵਿਰੋਧੀ ਧਿਰ ਵੀ ਆਲੋਚਨਾ ਕਰ ਰਹੀ ਸੀ ਕਿ ਕਿਉਂ ਨਹੀਂ ਸਾਈਨ ਕਰ ਰਿਹਾ, ਕਿਉਂ ਮਾਪਿਆਂ ਦੇ ਉੱਤੇ ਐਡਾ ਵੱਡਾ ਬੋਝ ਪਿਆ ਆ। ਹੁਣ ਅਲਟੀਮੇਟਲੀ ਜਦੋਂ ਉਹਨਾਂ ਨੇ ਇਹ ਸਾਈਨ ਕਰ ਲਿਆ ਤਾਂ ਇਹਦੇ ਤੋਂ ਬਾਅਦ ਇੱਕ ਆਸ ਲੋਕਾਂ ਦੇ ਮਨਾਂ ਦੇ ਵਿੱਚ ਆਈ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਜਿਹੜਾ ਹੈਗਾ ਆ ਇਹ ਘੱਟੋ ਘੱਟ ਜਿਹੜੇ ਇੱਕ ਆਮ ਪਰਿਵਾਰ ਆ ਉਹ $6,000 ਤੱਕ ਬਚਾਊਗਾ ਐਵਰੇਜ, ਤੇ $10 ਡੇ ਕੇਅਰ ਦੇ ਨਾਲ ਬੱਚੇ ਜਿਹੜੇ ਉਹ ਡੇ ਕੇਅਰ ਦੇ ਵਿੱਚ ਜਾਣਗੇ ਤੇ ਮਾਪੇ ਆਪਣੇ ਕੰਮਾਂ ਕਾਰਾਂ ਤੇ ਜਾਣਗੇ, ਇਹਦੇ ਨਾਲ ਵੀ ਇਕੋਨਮੀ ਨੂੰ ਫਾਇਦਾ ਹੋਏਗਾ। ਅਸੀਂ ਇਸ ਵੇਲੇ ਖੜੇ ਹਾਂ ਡੈਲਟਾ ਦੇ ਵਿੱਚ ਜਾਰਜ ਮੈਕੀ ਲਾਇਬ੍ਰੇਰੀ ਦੇ ਬਾਹਰ।
ਇਹਦੇ ਅੰਦਰ ਤੁਸੀਂ ਦੇਖੋਗੇ ਕਿ ਇੱਥੇ ਐਗਜ਼ੀਬਿਸ਼ਨ ਲੱਗੀ ਆ ਸਾਡੇ ਬਹੁਤ ਹੀ ਪ੍ਰਸਿੱਧ ਚਿੱਤਰਕਾਰ ਸਰਦਾਰ ਜਰਨੈਲ ਸਿੰਘ ਉਹਨਾਂ ਦੀਆਂ ਪੇਂਟਿੰਗਸ ਦੀ ਐਗਜ਼ੀਬਿਸ਼ਨ ਇਹਦੇ ਅੰਦਰ ਲਾਇਬ੍ਰੇਰੀ ਦੇ ਲੱਗੀ ਆ। ਬਹੁਤ ਸਾਰੇ ਲੋਕ ਦੇਖਣ ਆਉਂਦੇ ਆ, ਲੰਬਾ ਸਮਾਂ ਇਹ ਲੱਗੀ ਰਹਿਣੀ ਆ। ਇਸ ਕਿਸਮ ਦੀ ਕਲਾ ਨੂੰ ਲੋਕ ਮਾਣਦੇ ਆ, ਦੇਖਦੇ ਆ। ਕਈ ਵਾਰੀ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਜਦੋਂ ਇੱਥੇ ਅਸੀਂ ਪੰਜਾਬੀ ਕਮਿਊਨਿਟੀ ਦੀ ਖਾਸ ਕਰ ਗੱਲ ਕਰਦੇ ਹਾਂ ਤਾਂ ਇਹਨੇ ਕਲਾ ਦੇ ਖੇਤਰ ਵਿੱਚ ਬਹੁਤ ਵੱਡੇ ਨਾਂ ਇੱਥੇ ਰਹਿੰਦੇ ਨੇ। ਆਰਟ ਦੇ ਵਿੱਚ ਉਹਨਾਂ ਦੀ ਐਗਜ਼ੀਬਿਸ਼ਨ ਲੱਗਦੀਆਂ ਨੇ ਅਤੇ ਲੋਕ ਦੇਖਣ ਆਉਂਦੇ ਨੇ। ਸਰਦਾਰ ਜਰਨੈਲ ਸਿੰਘ ਹੁਣੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਦਿਓ ਜੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਕਿ ਇਹ ਜਿਹੜੀ ਐਗਜ਼ੀਬਿਸ਼ਨ ਆ ਇਹ ਕਦੋਂ ਤੋਂ ਲੱਗਦੀ ਆ ਔਰ ਕਿੱਦਾਂ ਤੁਹਾਡੀ ਚੋਣ ਹੁੰਦੀ ਹੈ ਇਹਦੇ ਲਈ? ਜੀ ਇਸ ਤਰ੍ਹਾਂ ਜੀ ਇਹ ਪ੍ਰੋਗਰਾਮ ਕਾਫੀ ਪਹਿਲਾਂ ਇੱਥੇ ਲਾਇਬ੍ਰੇਰੀਅਨ ਸੀਗੇ ਮੀਨਾਕਸ਼ੀ ਸਿੱਧੂ, ਉਹਨਾਂ ਵੱਲੋਂ ਸ਼ੁਰੂ ਕੀਤਾ ਸੀ ਆਰਟ ਇਨ ਦਾ ਲਾਇਬ੍ਰੇਰੀ ਪ੍ਰੋਗਰਾਮ। ਅਤੇ ਉਹਦੇ ਵਿੱਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਵੀ ਮੇਰੀ ਐਗਜ਼ੀਬਿਸ਼ਨ ਦੇ ਨਾਲ ਹੀ ਹੋਈ ਸੀਗੀ। ਅਤੇ ਇਹਦੇ ਵਿੱਚ ਹਰ ਕਲਾਕਾਰ ਇੱਥੋਂ ਦੇ ਸਥਾਨਕ ਉਹਨਾਂ ਦੇ ਨੂੰ ਮਤਲਬ ਜਿਵੇਂ ਲਾਇਬ੍ਰੇਰੀ ਦੇ ਵਿੱਚ ਇਸ਼ਤਿਹਾਰ ਜਾਂ ਉਹ ਦਿੱਤੀ ਜਾਂਦੀ ਵੀ ਕੋਈ ਪਾਰਟੀਸਪੇਟ ਇੱਥੇ ਸ਼ੋਅ ਕਰਨ ਦਾ ਆਪਣਾ ਇਰਾਦਾ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ। ਉਹਦੇ 'ਚੋਂ ਫਿਰ ਉਹਨਾਂ ਦਾ ਕੰਮ ਦੇਖ ਕੇ ਕਲਾਕਾਰ ਚੁਣੇ ਜਾਂਦੇ ਨੇ ਅਤੇ ਹਰ ਕਲਾਕਾਰ ਦਾ 2 ਮਹੀਨੇ ਕੰਮ ਲਾਇਬ੍ਰੇਰੀ ਦੇ ਵਿੱਚ ਪ੍ਰਦਰਸ਼ਿਤ ਰਹਿੰਦਾ। ਅਤੇ ਤੁਹਾਡੀਆਂ ਕਿੰਨੀਆਂ ਪੇਂਟਿੰਗਸ ਨੇ ਅਤੇ ਕਿੰਨੀਆਂ ਵਾਲਸ 'ਤੇ ਹੁੰਦੀਆਂ ਜਿਹਦਾ ਕੋਈ ਇੱਦਾਂ ਹੁੰਦਾ? ਹਾਂਜੀ, ਇਹ ਇੱਕ ਵਾਲ ਤਾਂ ਡੈਡੀਕੇਟਡ ਹੀ ਆ ਪੇਂਟਿੰਗ ਨੂੰ, ਅਤੇ ਨਾਲ ਉਹਦੇ ਅੱਧੀ ਵਾਲ ਹੋਰ ਆ ਜਿਹੜੀ ਜਗ੍ਹਾ ਉਹ ਮਤਲਬ ਆਰਟ ਨੂੰ ਡੈਡੀਕੇਟਡ ਐਗਜ਼ੀਬਿਸ਼ਨ ਵਾਸਤੇ ਉਹ ਸਪੈਸ਼ਲ ਹੈਂਗਿੰਗ ਦਾ ਅਰੇਂਜਮੈਂਟ ਉੱਥੇ ਕੀਤਾ ਹੋਇਆ। ਅਤੇ ਉਹਦੇ 'ਚ ਕਲਾਕਾਰ ਫਿਰ ਆਪਣਾ ਸਿਲੈਕਟਡ ਵਰਕ ਸ਼ੋਅ ਕਰਦੇ ਨੇ। ਇਸ ਮੇਰੀਆਂ ਇੱਥੇ 6 ਪੇਂਟਿੰਗਸ ਪ੍ਰਦਰਸ਼ਿਤ ਨੇ। 2 ਤਾਂ ਜਿਹੜੀਆਂ ਮੇਰਾ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕਰਦਾ, ਪੰਜਾਬੀ ਬਿਊਟੀ, ਪੰਜਾਬੀ ਸੱਭਿਆਚਾਰ ਨੂੰ 2 ਪੇਂਟਿੰਗਸ ਉਹ ਨੇ। ਅਤੇ 4 ਪੇਂਟਿੰਗਸ ਉਹ ਨੇ ਜਿਹੜੀਆਂ ਕੈਨੇਡਾ ਦੀ BC ਦੀ ਜਿਹੜੀ ਕੁਦਰਤੀ ਖੂਬਸੂਰਤੀ ਆ ਵੱਖ-ਵੱਖ ਮੌਸਮਾਂ ਦੇ ਵਿੱਚ, ਪਤਝੜ ਦੇ ਵਿੱਚ, ਬਹਾਰ ਦੇ ਵਿੱਚ, ਉਹ 4 ਪੇਂਟਿੰਗਸ ਉਹ ਨੇ। ਅਤੇ ਇੱਥੇ ਫਿਰ ਲੋਕ ਆਉਂਦੇ ਨੇ ਦੇਖਣ ਜੀ ਜਾਂ ਤੁਹਾਡੇ ਕੋਲ ਵੀ ਆਉਂਦੇ ਨੇ? ਕਦੇ ਤੁਸੀਂ ਵੀ ਮਾਰਦੇ ਹੋ ਕਿਹੜਾ ਸਵਾਲ ਹੁੰਦੇ ਆ? ਹਾਂਜੀ, ਮੈਂ ਓਪਨਿੰਗ ਵੇਲੇ ਤਾਂ ਹੋਈਦਾ ਜਿੱਦਣ, ਅਤੇ ਦੋਸਤਾਂ ਮਿੱਤਰਾਂ ਨੂੰ ਵੀ ਦੱਸ ਦਈਦਾ ਵੀ ਅੱਜ ਮੈਂ ਉੱਥੇ ਹੀ ਹਾਂ। ਅਤੇ ਉਹ ਆਉਂਦੇ ਨੇ, ਦੇਖਦੇ ਨੇ, ਤਸਵੀਰਾਂ ਦਾ ਆਨੰਦ ਮਾਣਦੇ ਨੇ। ਅਤੇ ਕੋਈ ਆਪਣੀਆਂ ਟਿੱਪਣੀਆਂ ਹੋਣ ਉਹ ਵੀ ਦੱਸਦੇ, ਕੋਈ ਸੁਝਾਅ ਵੀ ਕਈ ਵਾਰੀ ਸਾਂਝੇ ਕਰਦੇ ਵੀ ਇਹ ਚੀਜ਼ਾਂ ਬਣਾਓ, ਇੱਥੋਂ ਦੀ ਲਾਈਫ ਦੀਆਂ ਵੀ ਪੇਂਟਿੰਗ ਬਣਾਓ। ਸੋ ਮਤਲਬ 2 ਮਹੀਨੇ ਤੱਕ ਇਹ ਹੁੰਦੀ ਲਾਇਬ੍ਰੇਰੀ ਟਾਈਮਿੰਗ ਦੇ ਵਿੱਚ, ਅਤੇ ਕੋਈ ਵੀ ਆ ਕੇ ਦੇਖ ਸਕਦਾ। ਅਦਰਵਾਈਜ਼ ਤੁਸੀਂ ਕਿੱਥੇ ਤੁਹਾਡੀ ਹੁੰਦੀ ਹੈ ਇਹਦੀ, ਜੇ ਤੁਸੀਂ ਕਿੱਥੇ ਕੰਮ ਕਰਦੇ ਹੋ ਅਤੇ ਕਿੱਥੇ ਜੇ ਕਿਸੇ ਨੇ ਕੋਈ ਮਿਲਣਾ ਹੋਵੇ ਜਾਂ ਤੁਹਾਡੀਆਂ ਪੇਂਟਿੰਗਸ ਦੇਖਣੀਆਂ ਹੋਣ ਜੀ? ਉਸ ਤਰ੍ਹਾਂ ਮੇਰੇ ਇੱਥੇ ਸਟੂਡੀਓ ਹੈਗਾ 128 ਅਤੇ 85 'ਤੇ ਯੂਨਿਟ 106 128 85 ਬਿਲਡਿੰਗ ਆ ਅਤੇ 85 ਐਵਨਿਊ ਆ। ਅਤੇ ਉੱਥੇ ਮੈਂ ਹੁੰਦਾ, ਉੱਥੇ ਕੋਈ ਵੀ ਆ ਕੇ ਮੈਨੂੰ ਮਿਲ ਸਕਦਾ, ਪੇਂਟਿੰਗ ਦੇਖ ਸਕਦਾ। ਉੱਥੇ ਮੈਂ ਤਕਰੀਬਨ ਡੇਲੀ 9 ਤੋਂ 5 ਰੈਗੂਲਰ ਆਵਰਸ 'ਚ ਹੁੰਦਾ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ। ਦੋਸਤੋ ਹੁਣ ਅਸੀਂ ਗੱਲਬਾਤ ਕਰਨੀ ਹੈ ਡਾਕਟਰ ਸਰਵਣ ਸਿੰਘ ਰੰਧਾਵਾ ਜੀ ਦੇ ਨਾਲ, ਜਿਹੜੇ ਮੈਨੇਜ ਕਰਦੇ ਨੇ ਡੈਲਟਾ ਦੇ ਵਿੱਚ ਇਹਨਾਂ ਸਾਰੀਆਂ ਲਾਇਬ੍ਰੇਰੀਜ਼ ਨੂੰ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਥੋੜ੍ਹੀ ਜਿਹੀ ਸਾਨੂੰ ਜਾਣਕਾਰੀ ਦਿਓ ਜੀ, ਕਿੰਨੇ ਕੁ ਦਰਸ਼ਕ ਹੁੰਦੇ ਆ ਅਤੇ ਪੰਜਾਬੀ ਦੇ ਇੱਥੇ ਕਿੰਨੇ ਕੁ ਲੋਕ ਆਉਂਦੇ ਆ ਐਗਜ਼ੀਬਿਸ਼ਨਸ ਦੇ ਲਈ, ਅਤੇ ਕਿੰਨਾ ਕੁ ਜਿਹੜਾ ਰੁਝਾਨ ਹੁੰਦਾ ਲੋਕਾਂ ਦਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਸੁਣਨ ਵਾਲਿਆਂ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਡੈਲਟਾ 'ਚ ਜਿੱਦਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਸਾਡੀ ਕਮਿਊਨਿਟੀ ਕਾਫੀ ਵੱਡੀ ਹੈ। ਦੂਜੀ ਗੱਲ ਇਹ ਵੀ ਜਦੋਂ ਵੀ ਇਹਨਾਂ ਕਲਾਕ੍ਰਿਤਾਂ ਦੀ ਕਦੀ ਵੀ ਪ੍ਰਦਰਸ਼ਨੀ ਲੱਗਦੀ ਹੈ ਕਾਫੀ ਲੋਕ ਵੇਖਣ ਆਉਂਦੇ ਆ। ਹੁਣ ਜਿਵੇਂ ਭਾਜੀ ਜਰਨੈਲ ਸਿੰਘ ਆਰਟਿਸਟ ਦੀ ਜਿਹੜੇ ਸਾਡੀ ਕਮਿਊਨਿਟੀ 'ਚ ਵੈਸੇ ਹੀ ਬੜੇ ਜਾਣੇ ਪਛਾਣੇ, ਜਿੱਦਣ ਦੀ ਉਹਨਾਂ ਦੇ ਲੱਗੀ ਆ ਕਾਫੀ ਵੱਧ ਲੋਕ ਜਿਹੜੇ ਆ ਉਹ ਸਾਡੇ ਆ ਰਹੇ ਆ। ਸੋ ਪਹਿਲੀ ਤਾਂ ਗੱਲ ਇਹ ਹੈ, ਅਸੀਂ ਜਿਹੜਾ ਸਾਡਾ ਮਕਸਦ ਆ ਉਹ ਸਾਰੇ ਕਲਚਰਾਂ ਦਾ ਨੂੰ ਸੈਲੀਬ੍ਰੇਟ ਕਰਨਾ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ। ਅਤੇ ਲੋਕਾਂ ਨੂੰ ਅਸੀਂ ਸਮੇਂ-ਸਮੇਂ 'ਤੇ ਬੇਨਤੀ ਵੀ ਕਰਦੇ ਰਹਿੰਦੇ ਹਾਂ, ਅਤੇ ਹੋਰ ਵੀ ਲੋਕ ਜਿਹੜੇ ਅਜੇ ਤੱਕ ਨਹੀਂ ਆਏ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ। ਇਹ 30 ਅਪ੍ਰੈਲ ਤੱਕ ਇੱਥੇ ਸਰਦਾਰ ਜਰਨੈਲ ਸਿੰਘ ਆਰਟਿਸਟ ਦੀਆਂ ਜਿਹੜੀਆਂ ਕਲਾਕ੍ਰਿਤਾਂ ਰਹਿਣੀਆਂ। ਸੋ ਜ਼ਰੂਰ ਆਓ, ਵੇਖੋ। ਜੇ ਕਿਸੇ ਤਰ੍ਹਾਂ ਦਾ ਵੀ ਸਵਾਲ ਹੈ ਤਾਂ ਸਾਨੂੰ ਜ਼ਰੂਰ ਪੁੱਛੋ। ਤੁਹਾਡੇ ਨਾਲ ਕਿੱਥੇ ਕੰਟੈਕਟ ਕੀਤਾ ਜਾ ਸਕਦਾ, ਜਾਂ ਲਾਇਬ੍ਰੇਰੀ ਆ ਕੇ ਕਿਹਦੇ ਨਾਲ ਕੰਟੈਕਟ ਕਰਨ? ਕੀ ਲਾਇਬ੍ਰੇਰੀ ਦੇ ਵਿੱਚ ਪੰਜਾਬੀ ਬੋਲਣ ਵਾਲੇ ਕੋਈ ਹੁੰਦੇ ਨੇ ਇੱਥੇ ਜੀ ਹਮੇਸ਼ਾ? ਹਾਂਜੀ, ਇਸ ਲਾਇਬ੍ਰੇਰੀ ਦਾ ਜੀ
ਬੜਾ ਚੰਗਾ ਪਾਕੇ ਪੱਖੋਂ ਇਸ ਵੇਲੇ ਜਿਹੜੀ ਸਾਡੀ ਕਮਿਊਨਿਟੀ ਲਾਇਬ੍ਰੇਰੀਅਨ ਹੈ ਮਨਾਕਸ਼ੀ ਸਿੱਧੂ, ਉਹ ਵੀ ਪੰਜਾਬੀ ਹੈ। ਸੋ ਉਹਨਾਂ ਨਾਲ ਗੱਲ ਕਰ ਸਕਦੇ ਆ ਜਾਂ ਮੇਰੇ ਨਾਲ ਗੱਲ ਕਰ ਸਕਦੇ ਆ, ਅਸੀਂ ਦੋਵੇਂ ਪੰਜਾਬੀ ਬੋਲ ਲੈਂਦੇ ਆ ਤੇ ਸਾਰਿਆਂ ਨੂੰ ਪੰਜਾਬੀ ਦੇ ਵਿੱਚ ਜਵਾਬ ਮਿਲ ਸਕਦੇ ਆ ਜਿੱਦਾਂ ਦੇ ਵੀ ਉਹਨਾਂ ਦੇ ਸਵਾਲ ਆ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਧੰਨਵਾਦ ਜੀ। ਦੋਸਤੋ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਆਰਟ ਨੂੰ ਦੇਖਣ ਦੇ ਲਈ, ਇਹਨਾਂ ਕਲਾਕ੍ਰਿਤਾਂ ਨੂੰ ਦੇਖਣ ਦੇ ਲਈ ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਦੇ ਵਿੱਚ ਜ਼ਰੂਰ ਪਹੁੰਚੋ। ਇੱਥੇ 112 ਸਟਰੀਟ ਦੇ ਉੱਤੇ ਤੇ 85 ਐਵਨਿਊ ਦੇ ਉੱਤੇ ਇਹ ਲਾਇਬ੍ਰੇਰੀ ਹੈ। ਤੁਸੀਂ ਗੂਗਲ ਕਰੋਗੇ, ਇੱਥੇ ਆਓਗੇ ਤੇ ਜ਼ਰੂਰ ਇਸ ਨੁਮਾਇਸ਼ ਨੂੰ ਦੇਖੋ, ਉਹਨੂੰ ਐਪਰੀਸ਼ੀਏਟ ਕਰੋ। ਇਹ ਵੀ ਇੱਕ ਬਹੁਤ ਸਾਡੇ ਲਈ ਜਿਹੜਾ ਕਰਨਯੋਗ ਕੰਮ ਆ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।